ਨਾਜ਼ੀਆ ਅੱਧੀ ਰਾਤ ਹੋ ਗਈ ਹੈ, ਸਵੇਰ ਤੋਂ ਉਦਾਂ ਅਸੀਂ ਵੀ ਤੁਹਾਡੇ ਕੋਲੇ ਆ, ਤੁਸੀਂ ਵੀ ਪ੍ਰਦਰਸ਼ਨ ਕਰ ਰਹੇ ਹੋ। ਇਸ ਟਾਈਮ ਸਿਚੁਏਸ਼ਨ ਕੀ ਹੈ? ਹੁਣ ਤੁਹਾਡੀ ਮੰਗ ਕਿੱਥੇ ਅੜੀ ਹੋਈ ਹੈ? ਕਾਲਜ ਦੇ ਵੀ ਕੁਝ ਪ੍ਰਬੰਧਕ ਆਏ ਸੀ, ਐਡਮਿਟ ਕਾਰਡ ਪਹਿਲਾਂ ਕਹਿ ਰਹੇ ਸੀ ਹੈ ਨਹੀਂ, ਹੁਣ ਕਹਿ ਰਹੇ ਸ਼ਾਇਦ ਦੇ ਰਹੇ ਹੈ। ਕੀ मामला ਕੀ ਹੁਣ अपडेट की? सर मैं कल शाम को आई थी इनसे एडमिट कार्ड मंगवाने। जैसे बाकी बच्चों ने फ़ाइन दिया है, उनकी अटेंडेंस मेरे से कम है, पर उनको बोला कि आप फ़ाइन दोगे या तो बाद में आप यहाँ पे ड्यूटी करोगे। तो मुझे भी इन्होंने एफिडेविट मंगवाया था हाई कोर्ट से कि एफिडेविट पे ये लिखो, आपके पेरेंट्स लिखेंगे कि हाँ आप फ़ाइन दोगे बाद में जितनी आपकी शॉर्टेज है। मैंने वो लिखवाया था सर। कल मैंने उनको वही बात बोली कि आपने मुझसे एफिडेविट भी मंगवाया है, अभी आप इन स्टूडेंट पंजाबी जो बाकी स्टूडेंट्स हैं उनसे आप लिखवा रहे हो एप्लीकेशन, मैं भी बाद में ड्यूटी भी करूँगी, फ़ाइन भी दूँगी। अभी मैं तो अभी दूँगी, वो तो बोल रहे बाद में देंगे, मैं अभी फ़ाइन दूँगी, पर मुझे भी रोल नंबर, मुझे कल एग्जाम्स देने हैं, तो मुझे सीधा मना किया कि नहीं आपको तो हम नहीं देंगे। नबीला इकरा दो लड़कियों का केस आया है कि उनको शूज़ की वजह से इनको मतलब सारी रात उन्हें खड़ा रखा गया, तो उनकी वजह से उनके साथ जो भी हुआ इसका इन्वॉल्वमेंट वो मुझे मतलब मुझे ब्लेम कर। शूज़ वाला भी दस दो, मतलब शूज़ रीज़न की सीगा? सर उन बच्चों को सुबह ड्यूटी पे नहीं जाने दिया, उन्हें कहा गया कि आपके शूज़ प्रॉपर नहीं, आप ये शूज़ नहीं पहन के ड्यूटीज़ पे जा सकते हो। उनको फिर डे स्कॉलर्स भी रहे, सारा दिन वो यहाँ खड़े रहे। काफ़ी सारे बच्चे सर थे जिनकी प्रॉपर यूनिफॉर्म नहीं थी, उनके साथ उन दोनों को भी निकाला, पर सारे बच्चों को इन्होंने 4 बजे भेज दिया कि कल आप प्रॉपर यूनिफॉर्म में आओगे। लेकिन वो 2 बच्चे कश्मीर की थी, दोनों लड़कियां, उनको रात के 11 बजे तक यहाँ बिठा रहे हैं कि आपके शूज़ नहीं थे। अगर आपने 4 बजे बाकी बच्चों को भेजा, उनको भी भेज दो, या उनको एक बार आउटिंग दे दो। 3 महीने से कोई आउटिंग नहीं दे रहे, तो हम कहाँ से शूज़ लाएंगे? अच्छा, तो उनको बोल रहे, और वो भी शूज़ हमें लेसेस वाले ही, मतलब जो कॉलेज वालों ने बोला है ये शूज़ होने चाहिए, तो वो भी हम तो ऑनलाइन भी नहीं मंगवा सकते, क्योंकि ये खुद हमें एक शॉपकीपर के पास भेज दे कि आपने इसी से सामान लेना है। पंजाब गुरुआ पीरां दी धरती है, ਤੇ ਸਾਡੇ ਵਿਰਸੇ 'ਚ ਸੱਭਿਆਚਾਰ 'ਚ ਇਹ ਗੱਲ ਆ ਵੀ ਦੁਸ਼ਮਣ ਦੀ ਵੀ ਬੱਚੀ ਹੋਵੇ ਨਾ, ਗਵਾਂਢੀ ਰਾਜ ਤੇ ਵੱਖਰੀ ਗੱਲ ਆ, ਉਹਦਾ ਵੀ ਮਾਣ ਸਤਿਕਾਰ ਕਰੋ। ਤੇ 12 ਵਜੇ ਅੱਧੀ ਰਾਤ ਦਾ ਸਮਾਂ, ਚੋਰ ਚੱਕੀਆਂ ਕੋਈ ਹੋਰ 100 ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ, ਤੇ ਇਹ ਜਵਾਨ ਧੀਆਂ ਸੜਕ ਤੇ ਬੈਠੀਆਂ ਹੋਈਆਂ ਵਿਦਿਆਰਥੀ ਨੇ। ਪਹਿਲਾਂ ਇਹਨਾਂ ਤੇ ਤੁਹਾਡਾ ਕਮੈਂਟ ਕੀ? ਭਾਈ ਜਸਵੀਰ ਸਿੰਘ ਜੀ, ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ, ਪ੍ਰੈਸ ਤਾਂ ਸਾਰੀਆਂ ਹੀ ਹੈ। ਤੁਸੀਂ ਇਸ ਵੇਲੇ ਸਾਡੀਆਂ ਧੀਆਂ ਭੈਣਾਂ, ਇਹ ਸਾਡੀਆਂ ਧੀਆਂ ਤੇ ਭੈਣਾਂ ਦੇ ਬਰਾਬਰ ਹੈ। ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਰਾਜ ਦੇ ਵਿੱਚ ਫਾਂਸੀ ਨਹੀਂ ਸੀ ਲੱਗਦੀ। ਫਾਂਸੀ ਉਹਨੂੰ ਲੱਗਦੀ ਸੀ ਜਿਹੜਾ ਬੀਬੀ ਦੀ ਜਿਹਨੂੰ ਹੱਥ ਪਾਉਂਦਾ ਸੀ। ਇਸ ਕਰਕੇ ਉਹੀ ਸਾਡੀਆਂ ਬੀਬੀਆਂ ਜਿਹੜੇ ਕਾਲਜ ਦੇ ਵਿੱਚ ਪੜ੍ਹਨੀਆਂ ਸੀ, ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਚੰਗਾ ਨਰਸਿੰਗ ਦੇ ਵਿੱਚ ਜਾਣਾ, ਕਿਸੇ ਨੇ ਪਰਵਰਿਸ਼ ਕਰਨੀ ਹੈ ਬੱਚਿਆਂ ਦੀ, ਸਾਡੇ ਸਮਾਜ ਨੂੰ ਉੱਪਰ ਲੈ ਕੇ ਜਾਣਾ। ਜੇ ਇਹੀ ਸੰਸਥਾ ਇਹਨੀਆਂ ਬੀਬੀਆਂ ਨੂੰ ਐ ਸੜਕਾਂ 'ਤੇ ਬਿਠਾਈ ਰੱਖੂਗੀ ਤੇ ਫਿਰ ਉਹਨਾਂ ਦੇ ਕੰਨ 'ਤੇ ਜੂੰ ਨਾ ਸਰਕੂਗੀ, ਤੇ ਇਦੋਂ ਮਾੜੀ ਗੱਲ ਤਾਂ ਨਹੀਂ। ਪਰ ਇਹ ਬਹੁਤ ਮਾੜੀ ਗੱਲ ਹੈ ਜੇ ਇਸ ਸੰਸਥਾ ਨੇ ਸਾਡੀਆਂ ਧੀਆਂ ਨੂੰ ਸੜਕਾਂ 'ਤੇ ਬਿਠਾਇਆ। ਅਸੀਂ ਸ਼ਰਮ ਨਾਲ ਸਾਰੇ ਡੁੱਬੇ ਪਏ। ਫਿਰ ਇਹ ਧੀਆਂ ਕਸ਼ਮੀਰ ਦੀਆਂ, ਹੁਣ ਫਰਜ਼ ਕਰੋ ਮੇਰੀ ਭੈਣ ਮੇਰੀ ਧੀ ਜਾਂ ਆਪਣੇ ਗੁਪਤਾ ਸਾਹਿਬ ਦੀ ਬੇਟੀ ਹੈ ਜਿਹੜੀ ਇੱਥੇ, ਉਹ ਜੇ ਕਸ਼ਮੀਰ ਚਲੀ ਜਾਵੇ, ਉੱਥੇ ਪੜ੍ਹਦੀ ਹੋਵੇ ਤੇ ਉਹਦਾ ਰੋਲ ਨੰਬਰ ਦੀ ਕੋਈ ਪ੍ਰੋਬਲਮ ਆ ਜਾਏ ਤੇ ਉਹਨੂੰ ਸੜਕ 'ਤੇ ਬਿਠਾ ਦੇਵੇ ਤੇ ਆਪਾਂ ਹਿਰਦੇ 'ਤੇ ਲਾ ਕੇ ਦੇਖੀਏ ਉਹਦੇ ਨਾਲ ਕੀ ਬੀਤੀ। ਇਸ ਕਰਕੇ ਇਹੋ ਜਿਹੀ ਘਿਨਾਉਣੀ ਹਰਕਤ ਕਦੇ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਸਾਰਿਆਂ ਨੇ ਮਰ ਜਾਣਾ, ਇੱਥੇ ਰਹਿਣਾ ਤਾਂ ਕਿਸੇ ਨੇ। ਹਰ ਧਾਰਮਿਕ ਤਿਉਹਾਰ ਇੱਥੇ ਮਨਾਇਆ ਜਾਂਦਾ, ਅਸੀਂ ਵੀ ਉਹਨੂੰ ਸੈਲੀਬ੍ਰੇਟ ਕਰਦੇ। ਕਹਿੰਦੇ ਅਸੀਂ ਪੈਸੇ ਵੀ ਪਾਉਣੇ ਵੀ ਚਲੋ ਆਪਾਂ ਸਾਰੇ ਲੰਗਰ ਛਕਾਂਗੇ, ਸਭ ਕੁਝ ਕਰਾਂਗੇ, ਪਰ ਕਹਿੰਦੇ ਸਾਡੀ ਜਿੱਦਣ ਈਦ ਸੀ ਸਾਡੀਆਂ ਡਿਊਟੀਆਂ ਲਾਦੀਆਂ ਵੀ ਚਲੋ ਮੁਕਤਸਰ ਤੁਸੀਂ ਹਸਪਤਾਲ ਜਾਓ। ਕਹਿੰਦੇ ਸਾਡਾ ਇੱਕ ਬਹੁਤ ਪਵਿੱਤਰ ਤਿਉਹਾਰ ਹੁੰਦਾ, ਅਸੀਂ ਉਹਨੂੰ ਸੈਲੀਬ੍ਰੇਟ ਕਰਨਾ ਹੁੰਦਾ। ਇਸ ਤਰ੍ਹਾਂ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ। ਅਸੀਂ ਜਦੋਂ ਮਿਲੇ ਪਰ ਕਾਲਜ ਅਧਿਕਾਰੀਆਂ ਨੂੰ, CEO ਮੈਡਮ ਨੂੰ ਮਿਲੇ, ਉਹ ਕਹਿੰਦੀ ਇਹ ਤਾਂ ਜੀ ਦੇਸ਼ ਦੇ ਵਿਰੋਧੀ ਕੁਛ ਇਹਨਾਂ 'ਚ ਹੈਗੇ ਨੇ, ਇਸ ਤਰ੍ਹਾਂ ਦੇ ਸਟੇਟਸ ਲਾਉਂਦੇ ਨੇ, ਇਹ ਕਸ਼ਮੀਰ ਵਾਲੇ, ਇਸ ਤਰ੍ਹਾਂ ਦਾ ਇਹਨਾਂ ਨਾਲ ਪੱਖਪਾਤ ਕੀਤਾ ਜਾਂਦਾ ਕਿ ਕਸ਼ਮੀਰ ਵਾਲੇ ਬੰਦੇ ਨਹੀਂ ਹੁੰਦੇ। ਕਸ਼ਮੀਰ ਵਾਲੇ ਦੇਸ਼ ਵਿਰੋਧੀ ਕਿਵੇਂ ਹੋ ਗਏ? ਮੈਨੂੰ ਦੱਸੋ। ਕਸ਼ਮੀਰ ਇੱਕ ਇੰਡੀਆ ਦਾ ਹਿੱਸਾ ਹੈ, ਕਸ਼ਮੀਰ ਦੇ ਵਿੱਚ ਲੋਕ ਰਹਿੰਦੇ ਆ। ਇੰਡੀਆ ਵਾਲੇ ਕਸ਼ਮੀਰ ਨੂੰ ਤਾਂ ਪਿਆਰ ਕਰਦੇ ਆ ਵੀ ਹੈ ਕਸ਼ਮੀਰ, ਸਾਡੇ ਕਸ਼ਮੀਰੀਆਂ ਨੂੰ ਪਿਆਰ ਕਿਉਂ ਨਹੀਂ ਕਰਦੇ? ਕਸ਼ਮੀਰੀਆਂ ਨੂੰ ਵੀ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਉਹਨਾਂ ਦੀ ਜਨਤਾ ਨੂੰ ਕਰਨਾ ਚਾਹੀਦਾ। ਹੁਣ ਕਸ਼ਮੀਰ ਦੇ 2 ਟੋਟੇ ਕਰਤੇ ਆ, ਜਮਹੂਰੀਅਤ ਦਾ ਕਤਲ ਕਰ ਦਿੱਤਾ, ਅਸੀਂ ਜਾ ਕੇ ਆਏ ਹਾਂ। ਕਸ਼ਮੀਰੀ ਤਾਂ ਸਾਰਿਆਂ ਨੂੰ ਹੱਥਾਂ ਚੱਕ ਲੈਂਦੇ ਆ। ਹੁਣ ਕਹਿੰਦੇ ਕਸ਼ਮੀਰੀਆਂ ਦਾ, ਫਿਰ ਜੇ ਕਸ਼ਮੀਰੀਆਂ ਨਾਲ ਨਫ਼ਰਤ ਤਾਂ ਕਸ਼ਮੀਰ ਦਾ ਸੇਬ ਕਿਉਂ ਖਾਂਦੇ ਤੁਸੀਂ? ਕਸ਼ਮੀਰ ਦਾ ਅਖਰੋਟ ਕਿਉਂ ਖਾਂਦੇ ਹੋ? ਹੈਂ, ਕਸ਼ਮੀਰ ਦੇ ਵਿੱਚ ਸਾਡੇ ਗੁਰੂ ਸਾਹਿਬ ਦੇ ਅਨੇਕਾਂ ਬੰਦੇ ਹੁਣ ਗਏ ਸੀ, ਮੈਨੂੰ ਉੱਥੇ ਮਿਲੇ ਜੀ, ਅਸੀਂ ਇਹ ਤੋਂ ਸੇਬ ਲੈਣ ਆਏ ਹਾਂ। ਹਾਂ, ਕਸ਼ਮੀਰ ਦਾ ਸੇਬ ਤਾਂ ਚੰਗਾ ਲੱਗਦਾ ਹੈ, ਕਸ਼ਮੀਰ ਦਾ ਅਖਰੋਟ ਵੀ ਚੰਗਾ ਲੱਗਦਾ ਹੈ, ਕਸ਼ਮੀਰ ਦੇ ਜਿਹੜੇ ਤੁਹਾਡੇ ਪਦਾਰਥ ਆ ਉਹ ਸਾਰੇ ਚੰਗੇ ਲੱਗਦੇ ਆ, ਕਸ਼ਮੀਰੀ ਚੰਗੇ ਨਹੀਂ ਲੱਗਦੇ। ਪੁਲਿਸ ਵੀ ਪੰਜਾਬ ਦੀ ਜਿਹੜੀ ਇਹ ਦਾਅਵਾ ਕਰਦੀ ਹੈ, ਉਹਦਾ ਬਦਲੀਆਂ ਬੜੀਆਂ ਹੋ ਗਈਆਂ, ਉਹਨੀਆਂ ਬਦਲੀਆਂ ਪਿਛਲੇ 10 ਸਾਲਾਂ 'ਚ ਨਹੀਂ ਹੋਈਆਂ ਜਿਹੜੀਆਂ ਪਿਛਲੇ 6 ਮਹੀਨਿਆਂ 'ਚ ਹੋ ਗਈਆਂ। ਤਾਂ ਪੁਲਿਸ ਦਾ ਰਵੱਈਆ ਇਸ ਪੂਰੇ ਮਾਮਲੇ ਦੇ ਵਿੱਚ ਕੀ ਰਿਹਾ? ਕਿਉਂਕਿ ਮੈਂ ਜਿੰਨਾ ਕਿ ਦੇਖ ਰਿਹਾ ਪੁਲਿਸ ਸਵੇਰ ਦੀ ਸਿਰਫ ਪਹਿਰੇਦਾਰੀ ਕਰ ਰਹੀ, ਉਹ ਜ਼ਰੂਰੀ ਹੈ,
ਪਰ ਸਿਰਫ ਪਹਿਰੇਦਾਰੀ ਨਹੀਂ ਬਲਕਿ ਇਹਨਾਂ ਦਾ ਕੋਆਰਡੀਨੇਸ਼ਨ ਕਰਾਉਣੀ ਕਾਲਜ ਦੇ ਨਾਲ ਵੀ ਤੁਹਾਡੀ ਮੰਗ ਕੀ ਹੈ, ਕਾਲਜ ਤੁਹਾਨੂੰ ਦਿੰਦਾ ਕੀ, ਤੁਸੀਂ ਮੰਗਦੇ ਕੀ ਹੋ, ਇਹ ਚੀਜ਼ ਕਰਵਾ ਰਹੀ ਹੈ ਜਾਂ ਸਿਰਫ ਦੇਖ ਹੀ ਰਹੀ? ਕਿਉਂਕਿ ਇੱਥੇ ਮੁੰਡਿਆਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਵੀ ਜਿਹੜੇ ਇੱਥੋਂ ਦੇ ਲੋਕਲ ਜਿਹੜੇ ਪੁਲਿਸ ਅਫਸਰ ਆ ਉਹਨਾਂ ਨੂੰ ਕਹਿੰਦੇ ਸੀ ਵੀ ਹਿਸਾਬ ਲਾ ਲਓ, ਮੈਂ ਜਾਣਦਾ ਨਾ ਕੀ ਕਰ ਦੂੰ ਮੈਂ। ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਵੀ ਬੜੀ ਜਿਹੜੀ ਆ ਉਹ ਭੱਦੀ ਜੀ ਗੱਲ ਜੰਮੂ ਕਸ਼ਮੀਰ ਦੇ ਵਸਨੀਕਾਂ ਬਾਰੇ ਕੀਤੀ। ਹਾਂ ਬਿਲਕੁਲ, ਦੇਖੋ ਪੁਲਿਸ ਦਾ ਰਵੱਈਆ ਜਿਹੜਾ ਵਾ ਸੌਫਟ ਤਾਂ ਜ਼ਰੂਰ ਰਿਹਾ, ਇਹ ਨਹੀਂ ਕਿ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ ਜਾਂ ਕਿਸੇ ਨਾਲ, ਪਰ ਇੱਕ ਇਦਾਂ ਲੱਗਾ ਵੀ ਜਿਵੇਂ ਇੱਥੇ ਦੂਜੇ ਨਾਰਮਲ ਗਾਰਡ ਖੜੇ ਹੁੰਦੇ ਨਾ, ਸਿਕਿਉਰਿਟੀ ਗਾਰਡ ਕਾਲਜ ਦੇ, ਉਦਾਂ ਹੀ ਪੁਲਿਸ ਖੜੀ ਰਹੀ ਆ। ਜਦ ਕਿ ਪੁਲਿਸ ਦਾ ਫਰਜ਼ ਬਣਦਾ ਸੀ, ਜਦੋਂ ਤੁਸੀਂ ਦੇਖਿਆ ਵੀ ਬੱਚੀਆਂ ਬੇਹੋਸ਼ ਹੋਈਆਂ, ਪੁਲਿਸ ਦਾ ਫਰਜ਼ ਬਣਦਾ ਸੀ ਕਿ ਇਮੀਡੀਏਟਲੀ ਪ੍ਰਸ਼ਾਸਨ ਨਾਲ ਗੱਲ ਕਰਦੇ, ਉੱਪਰ ਐਂਬੂਲੈਂਸ ਬੁਲਾਉਂਦੇ। ਅਸੀਂ ਖੁਦ ਕਾਲ ਕਰਕੇ ਐਂਬੂਲੈਂਸ ਬੁਲਾ ਰਹੇ ਹਾਂ, ਪੁਲਿਸ ਦੇਖ ਰਹੀ ਆ ਤਮਾਸ਼ਾ। ਗੁਰੂ ਹਰ ਸਹਾਏ ਜਿਹੜਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹਲਕਾ, ਉੱਥੋਂ ਦੇ HKL ਗਰੁੱਪ ਦਾ ਇੱਕ ਕਾਲਜ ਹੈ, HKL ਨਰਸਿੰਗ ਕਾਲਜ। ਉਹਦੇ ਵਿੱਚ ਕਸ਼ਮੀਰ ਦੇ ਜ਼ਿਆਦਾਤਰ ਵਿਦਿਆਰਥੀਆਂ ਦੇ ਨਾਲ, ਇੱਕ ਦੋ ਹੋਰ ਸਟੇਟਾਂ ਦੇ ਵਿਦਿਆਰਥੀਆਂ ਦੇ ਨਾਲ ਜਿਹੜਾ ਹੈਗਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਰਾਤ ਦਾ ਸਮਾਂ 11:30 ਵੱਜ ਚੁੱਕੇ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਸਾਹਿਬਾਨ ਤੇ ਕਸ਼ਮੀਰ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਵੱਲੋਂ ਮੁੰਡੇ ਤੇ ਕੁੜੀਆਂ ਅੱਧੀ ਰਾਤ ਨੂੰ ਜਿਹੜਾ ਹੈਗਾ ਕਾਲਜ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ, ਸਿਰਫ ਤੇ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ। ਮੰਗਾਂ ਕੀ ਨੇ? ਮੰਗਾਂ ਬਹੁਤ ਜਾਇਜ਼ ਨੇ ਕਿ ਸਾਨੂੰ ਪੇਪਰ ਦਿੱਤੇ ਜਾਣ। ਦਰਅਸਲ ਨਰਸਿੰਗ ਦੇ ਪੇਪਰ ਚੱਲ ਰਹੇ ਸੀ, BSc ਨਰਸਿੰਗ ਦੇ, ਉਹਨਾਂ ਨੂੰ ਪੇਪਰ ਦੇ ਵਿੱਚ ਨਹੀਂ ਬਹਿਣ ਦਿੱਤਾ ਗਿਆ। ਕਾਲਜ ਦੇ ਜਿਹੜਾ ਕਿ ਉਹ ਅਧਿਕਾਰੀਆਂ ਦਾ ਕਹਿਣਾ ਸੀ ਵੀ ਇਹਨਾਂ ਦੀਆਂ ਅਟੈਂਡੈਂਸ ਜਿਹੜੀਆਂ ਨੇ ਉਹ ਘੱਟ ਆ, ਤਾਂ ਇਹਨਾਂ ਦੇ ਐਡਮਿਟ ਕਾਰਡ ਜਿਹੜੇ ਉਹ ਨਹੀਂ ਦਿੱਤੇ ਗਏ। ਪਹਿਲਾਂ ਅਸੀਂ ਇੱਕ ਵਿਦਿਆਰਥੀ ਨਾਲ ਗੱਲਬਾਤ ਕਰਾਂਗੇ, ਫਿਰ ਜਿਹੜਾ ਅਸੀਂ ਮੰਡਲ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ। ਅੱਧੀ ਰਾਤ ਦਾ ਸਮਾਂ, ਵੈਸੇ ਸ਼ੁਰੂਆਤ ਕਰਨ ਤੋਂ ਪਹਿਲਾਂ ਥੋੜੀ ਸ਼ਰਮਨਾਕ ਗੱਲ ਵੀ ਹੈ ਵੀ ਇਸ ਦੇਸ਼ ਦੀਆਂ ਹੀ ਇੱਕ ਹੋਰ ਰਾਜ ਦੀਆਂ ਬੱਚੀਆਂ, ਧੀਆਂ, ਭੈਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇੱਕ ਕਾਲਜ ਦੇ ਗੇਟ ਅੱਗੇ ਅੱਧੀ ਰਾਤ ਨੂੰ ਸੜਕ ਤੇ ਬਹਿ ਕੇ ਪ੍ਰਦਰਸ਼ਨ ਕਰ ਰਹੀਆਂ ਨੇ। ਇੱਕ ਪੰਜਾਬੀਆਂ ਲਈ ਜਿਹੜੀ ਹੈ ਇੱਕ ਉਹ ਸ਼ਰਮਨਾਕ ਗੱਲ ਵੀ ਹੈ। ਅਸੀਂ ਗੱਲਬਾਤ ਕਰਾਂਗੇ ਪਹਿਲਾਂ ਵਿਦਿਆਰਥੀਆਂ ਦੇ ਨਾਲ। ਹਾਂਜੀ, ਸਤਿ ਸ੍ਰੀ ਅਕਾਲ। सत श्री अकाल सर। ਨਾਮ ਤੁਹਾਡਾ ਕੀ ਹੈ? सर नादिया मंजूर। ਨਾਜ਼ੀਆ, ਅੱਧੀ ਰਾਤ ਹੋ ਗਈ ਹੈ, ਸਵੇਰ ਤੋਂ ਉਦਾਂ ਅਸੀਂ ਵੀ ਤੁਹਾਡੇ ਕੋਲੇ ਆ, ਤੁਸੀਂ ਵੀ ਪ੍ਰਦਰਸ਼ਨ ਕਰ ਰਹੇ ਹੋ। ਇਸ ਟਾਈਮ ਸਿਚੁਏਸ਼ਨ ਕੀ ਹੈ? ਹੁਣ ਤੁਹਾਡੀ ਮੰਗ ਕਿੱਥੇ ਅੜੀ ਹੋਈ ਹੈ? ਕਾਲਜ ਦੇ ਵੀ ਕੁਝ ਪ੍ਰਬੰਧਕ ਆਏ ਸੀ, ਐਡਮਿਟ ਕਾਰਡ ਪਹਿਲਾਂ ਕਹਿ ਰਹੇ ਸੀ ਹੈ ਨਹੀਂ, ਹੁਣ ਕਹਿ ਰਹੇ ਸ਼ਾਇਦ ਦੇ ਰਹੇ ਹੈ, ਕੀ ਮਾਮਲਾ ਕੀ? ਹੁਣ ਅਪਡੇਟ ਕੀ ਹੈ? सर मैं कल शाम को आई थी इनसे एडमिट कार्ड मंगवाने, जैसे बाकी बच्चों ने फ़ाइन दिया है, उनकी अटेंडेंस मेरे से कम है, पर उनको बोला कि आप फ़ाइन दोगे या तो बाद में आप यहाँ पे ड्यूटी करोगे। तो मुझे भी इन्होंने एफिडेविट मंगवाया था हाई कोर्ट से कि आप एफिडेविट पे ये लिखो, आपके पेरेंट्स लिखेंगे कि आप फ़ाइन दोगे बाद में जितनी आपकी शॉर्टेज है। मैंने वो लिखवाया था सर। कल मैंने उनको वही बात बोली कि आपने मुझसे एफिडेविट भी मंगवाया है, अभी आप इन स्टूडेंट पंजाबी जो बाकी स्टूडेंट्स हैं उनसे आप लिखवा रहे हो एप्लीकेशन, मैं भी बाद में ड्यूटी भी करूँगी, फ़ाइन भी दूँगी। अभी मैं तो अभी दूँगी, वो तो बोल रहे बाद में देंगे, मैं अभी फ़ाइन दूँगी, पर मुझे भी रोल नंबर, मुझे कल एग्जाम्स देने हैं। तो मुझे सीधा मना किया कि नहीं आपको तो हम नहीं देंगे। अच्छा, तो उन्होंने दे दिया? यस सर, उनको मेरे सामने दिया, वो रोल नंबर दे दिया, और एप्लीकेशन भी वो मुझे ही बोल रहे थे कि दी हम नादिया हम क्या लिखेंगे एप्लीकेशन में, हमें मैडम ने ऐसे ऐसे बोला कि बाद में आप फाइन। वो एप्लीकेशन उनको मैंने ही बोला कि लिखना क्या लिखोगे आप, क्योंकि उनको तो एप्लीकेशन लिखनी भी नहीं आती है। अच्छा, उन्होंने रोल नंबर एडमिट कार्ड दे दिया गया जिंदी बदौलत उन्होंने पेपर दिता, ਤੁਹਾਨੂੰ नहीं मिले? यस सर, हमें सीधा वजह की है, ਤੁਹਾਨੂੰ क्यों नहीं मिले? सर वो इनको ही पता होगा, शायद हम कश्मीर से, ये हमारा कसूर है शायद। ਤਾਂ ਇਹ ਇਸ ਤਰ੍ਹਾਂ ਤੁਹਾਡੇ ਨਾਲ ਵੱਖਵਾਦੀ ਵਾਲਾ ਵਿਹਾਰ ਕੀਤਾ ਜਾਂਦਾ? यस सर, डिस्क्रिमिनेशन? यस सर, हमारे साथ ये तो सीधी सीधी डिस्क्रिमिनेशन है। अगर उन्होंने उनको पेपर कितने टोटल स्टूडेंट है जिन्होंने एग्जाम नहीं देन दिता गया? बस सर हमारे कॉलेज में 3 ही स्टूडेंट्स है, उसमें एक डे स्कॉलर लड़की है वो, लेकिन वो जिन्होंने नहीं देन दिता गया बस 3 ही स्टूडेंट्स है सर। हम 15 बच्चे। अच्छा, टोटल हमारे क्लास में से सर 3 है, पर जो टोटल है 20-25 बच्चे होंगे। ओके, ਤੁਸੀਂ ਹੁਣ ਕਿੰਨੇ ਇੱਥੇ ਅਵੇਲੇਬਲ ਹੈਗੇ ਹੋ? सर 15-20 होंगे सर। मतलब तकरीबन ਸਾਰੇ ਹੈਗੇ ਆ ਜਿਨ੍ਹਾਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ, ਜਿਨ੍ਹਾਂ ਨੂੰ ਐਡਮਿਟ ਕਾਰਡ ਨਹੀਂ ਮਿਲਿਆ? यस सर, सारे वही है। ਤਾਂ ਤੁਸੀਂ ਸਾਰੇ ਕਿੱਥੋਂ ਹੈਗੇ ਹੋ ਜ਼ਿਆਦਾਤਰ, ਜਾਂ ਐਂ ਕਹਿ ਲਓ ਵੀ सारे कश्मीर तो ज़्यादातर? सर सारे कश्मीर के 3 ही बच्चे आउटसाइड से, मतलब दिल्ली के। मैं सर दिल्ली से हूँ। तुसी दिल्ली तो? तुसी पंजाब तो? तुसी पंजाब? तुसी? सर मैं यूपी से हूँ। ओके, यूपी, पंजाब ते दिल्ली, ये 3 पंजाब ते है ही है, चलो यूपी ते दिल्ली। बस इनका ये कसूर है कि ये हमारे साथ बात करते हैं ठीक से, और हमारे साथ रहते हैं कभी कभी। अच्छा, तो इनको इसलिए रोल नंबर नहीं दिया। सर ये नबीला इकरा दो लड़कियों का केस आया है कि उनको शूज की वजह से इनको मतलब सारी रात उन्हें खड़ा रखा गया, तो उनकी वजह से उनके साथ जो भी हुआ इसका इन्वॉल्वमेंट वो मुझे ब्लेम कर रहे हैं। शूज वाला भी दस दो, मतलब शूज
ਰੀਜ਼ਨ ਕੀ ਸੀਗਾ? सर उन बच्चों को सुबह ड्यूटी पे नहीं जाने दिया, उन्हें कहा गया कि आपके शूज़ प्रॉपर नहीं, आप ये शूज़ नहीं पहन के ड्यूटीज़ पे जा सकते हो। उनको फिर डे स्कॉलर्स भी रहे, सारा दिन वो यहाँ खड़े रहे। काफी सारे बच्चे सर थे जिनकी प्रॉपर यूनिफॉर्म नहीं थी, उनके साथ उन दोनों को भी निकाला, पर सारे बच्चों को इन्होंने 4 बजे भेज दिया कि कल आप प्रॉपर यूनिफॉर्म में आओगे। लेकिन वो 2 बच्चे कश्मीर की थी, दोनों लड़कियां, उनको रात के 11 बजे तक यहाँ बिठा रहे हैं कि आपके शूज़ नहीं थे। अगर आपने 4 बजे बाकी बच्चों को भेजा, उनको भी भेज दो, या उनको एक बार आउटिंग दे दो। 3 महीने से कोई आउटिंग नहीं दे रहे तो हम कहाँ से शूज़ लाएंगे? अच्छा, तो उनको बोल रहे, और वो भी शूज़ हमें लेसेस वाले ही, मतलब जो कॉलेज वालों ने बोला है ये शूज़ होने चाहिए, तो वो भी हम तो ऑनलाइन भी नहीं मंगवा सकते, क्योंकि ये खुद हमें एक शॉपकीपर के पास भेजते कि आपने इसी से सामान लेना है। अच्छा, इस तरह भी चलता भी इतना तो ही लेना। यस सर, हमारे ब्लेजर जैसे इन्होंने ब्लेजर हमारे हुए थे सर, आउटिंग के कभी देते नहीं है, पर ब्लेजर जब हमारे ब्लेजर बोला था कि लाने के लिए, तो उसका भी बोला कि आप इसी शॉप से बस लोगे, अगर आपने दूसरे शॉप से लिया तो हम वो मतलब नहीं मानेंगे, आपके बस इसी शॉप से लेने हैं बस। वो इनकी कोई खास शॉप है, कमीशन वोकेशन कुछ हो? वो नहीं पता हमें सर, बस हमें उधर ही भेज रहे हैं कि आप हाँ, आप कॉलेज की स्वेटर हो चाहे कॉलेज का ब्लेजर हो, आप इसी शॉप से लोगे। ਅੱਛਾ, ਤਾਂ ਬੂਟ ਜਿਹੜੇ ਹੈਗੇ ਪ੍ਰੋਪਰ ਨਾ ਹੋਣ ਦੀ ਵਜ੍ਹਾ ਕਰਕੇ ਕਸ਼ਮੀਰ ਦੀਆਂ ਵਿਦਿਆਰਥੀਆਂ ਨੂੰ ਇਹਨਾਂ ਨੇ 4 ਵਜੇ ਤੱਕ, ਰਾਤ ਕਿੰਨੇ ਵਜੇ ਤੱਕ ਖੜਾ ਰੱਖਿਆ? 11 बजे तक। 11 ਵਜੇ ਤੱਕ ਖਿਡਾਰੀ ਰੱਖਿਆ। उनको उनका मतलब उनकी जो भी प्रॉब्लम थी उसको इन्होंने क्लियर नहीं किया। ना तो उनको 7 बजे सर उनको खाना ना कुछ, 11 बजे मतलब 11 बजे तक उनको यहाँ ही रखा। फिर सुबह शायद बोल रहे हैं उनको, उनकी डॉक्यूमेंट्स यहाँ पे आसिमा बैठी है, उसको उनके डॉक्यूमेंट्स दे दिए कि इनको बोलो यहाँ से घर चले जाए। ਅੱਛਾ, ਬੂਟ ਨਾ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਵਾਪਸ ਕਸ਼ਮੀਰ ਭੇਜਤਾ। सर और क्या सर, रात को 11 बजे बोल रहे उनको दे दो डॉक्यूमेंट्स और यहाँ से चले जाए, तो वो फिर भी रुके 5-8 दिन वो यहाँ ही थे भूखे कि मैडम हमें कुछ बोलेगी फर्दर। मैंने यही बोला कि नहीं, इनके डॉक्यूमेंट्स लो, इनको वापस घर भेज दो। और उनको ਇਸ ਤਰ੍ਹਾਂ ਇਹ ਕਾਰਨ ਹੈਗੇ। ਕਾਰਨ ਛੋਟੇ ਛੋਟੇ ਹੈ ਪਰ ਉਦੋਂ ਵੱਡੇ ਹੋ ਜਾਂਦੇ ਜਦੋਂ ਇਹਨਾਂ ਦੇ ਐਗਜ਼ਾਮ ਆ, BSc ਨਰਸਿੰਗ ਦੇ ਐਗਜ਼ਾਮ ਆ, ਬਹੁਤ ਮਹੱਤਵਪੂਰਨ ਪੇਪਰ ਹੁੰਦੇ ਆ ਇਹਨਾਂ ਦੇ, ਤਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਨਹੀਂ ਬਹਿਣ ਦਿੱਤਾ ਗਿਆ। ਜ਼ਿਆਦਾਤਰ ਵਿਦਿਆਰਥੀ ਕਸ਼ਮੀਰ ਦੇ ਨੇ, ਇੱਕ ਜਿਹੜਾ ਹੈਗਾ ਪੰਜਾਬ ਤੋਂ ਹੈ, UP ਤੋਂ ਹੈਗਾ। ਤਾਂ ਆਹ ਖਾਸ ਗੱਲ ਤਾਂ ਤੁਹਾਡੇ ਐਡਮਿਟ ਕਾਰਡ ਸ਼ਾਇਦ ਆ ਗਏ, ਉਧਰ ਘੁਮਾਇਓ कैमरा। ये ਤੁਹਾਡੇ ਐਡਮਿਟ ਕਾਰਡ ਇਦਾਂ ਦੇ ਹੁੰਦੇ ਇਹੀ ਚੀਜ਼? यस सर, और अभी तक बोल रहे थे हमें शाम तक कि आपके एडमिट कार्ड तो आए नहीं है, आपकी तो बैग ਗੱਡੀ ਲੰਗੀ है, ਲੈਣ ਗਈ ਹੋਵੇ शायद? नहीं सर, नहीं सर, कोई भी गई नहीं है। कल रात को हम पूरी लेट नाइट हम वेट करते रहे कि हमें रोल नंबर देंगे, हमने खाना भी नहीं खाया रात को। इवन इनको इस चीज़ की भी फिक्र नहीं हुई, ये वहाँ पे बेहोश होके गिर गई। इसको रात को हॉस्पिटल भेजा और इसको वहाँ कोई केयर नहीं दी। मैंने इसे रात को फ़ोन किया, मैं कहा नादिया ठीक है, कहती मैं क्या करूँ, मैं तो यहाँ स्टूल पर बैठी हूँ। उसको मतलब केयर भी नहीं दी है वहाँ पर। ਤਾਂ ਹੁਣ ਤੁਹਾਡੇ ਐਡਮਿਟ ਕਾਰਡ ਫਿਰ ਕਿੱਦਾਂ ਬਣ ਗਏ? ਕੀ ਪਹਿਲਾਂ ਝੂਠ बोल रहे थे या हुण झूठ बोल रहे? सर हमारे बैग थे ही नहीं, इन्होंने झूठ बोला। हमारे एडमिट कार्ड पहले से आए, क्योंकि जब मैं कल इनसे अपना रोल नंबर मांगने गई थी, मैंने अपने रोल नंबर चले वहाँ पे टेबल पे देखी। तो जानबूझ के नहीं दे रहे? यस सर, मैंने खुद कल, मैंने आपको पहले भी बोला कि मेरा रोल नंबर उधर था, मैंने खुद अपनी आंखों से अपना रोल नंबर देखा था। जब बाकी बच्चों को रोल नंबर दे रहे थे तो मैं उधर रिसेप्शन पे थी, मैंने अपना रोल नंबर उधर ही देखा था। सर ये इन्होंने इस बार झूठ शॉर्टेज बोला। हमारे निकाल कैसे सकते हैं जब ये इनका एक नया रूल निकला है। हम हॉस्टल वाले तो ये हमें टॉर्चर करते हैं इस तरीके से। हम अगर घर जाते 10 दिन की छुट्टियों में, अगर हम एक दिन भी लेट हुए, हम उस एक दिन का फाइन देंगे ना हम आकर। वो ऐसा नहीं करते, वो हमें महीने महीने घर बिठाते हैं, हम परमिशन मांगते रहते हैं, मैसेजेस करते हैं कि हमें आने दो, वो आने ही नहीं देते। और अगर हम आए भी सर परमिशन यहाँ ही से नहीं रात देते। को हमें वापस भेजते हैं। हम इस बार आए थे सर, ये भी 3 बार वापस मैं गई 3 है। बार आई हूँ सर, मैं अपने 2 बार पेरेंट्स के साथ आई हूँ। मुझे इन्होंने इतना मतलब वहाँ पे बिठा के रखा सारा दिन, फिर वो बोलते हैं कि आप वापस चले जाओ। वापस जाओ तो अटेंडेंस तक कटूगी फिर? हाँ जी, ये ऐसे फिर कहते अटेंडेंस घट गई, ਤੁਹਾਨੂੰ ਪੇਪਰ 'ਚ ਨਹੀਂ ਬੈਠਣ जी सर। ਜੀ ਤਾਂ ਇਹ ਰੀਜ਼ਨ ਹੈਗਾ। ਇੱਥੇ ਮਾਨ ਦਲ ਦੇ ਆਗੂ ਮੌਜੂਦ ਹੈਗੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਹਾਂਜੀ ਜਸਕਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਡੇ ਵਿਰਸੇ 'ਚ ਸੱਭਿਆਚਾਰ 'ਚ ਇਹ ਗੱਲ ਆ ਵੀ ਦੁਸ਼ਮਣ ਦੀ ਵੀ ਬੱਚੀ ਹੋਵੇ ਨਾ, ਗਵਾਂਢੀ ਰਾਜ ਤੇ ਵੱਖਰੀ ਗੱਲ ਆ, ਉਹਦਾ ਵੀ ਮਾਣ ਸਤਿਕਾਰ ਕਰੋ। ਤੇ 12 ਵਜ ਗਏ, ਅੱਧੀ ਰਾਤ ਦਾ ਸਮਾਂ, ਚੋਰ ਚੱਕੀਆਂ ਕੋਈ ਹੋਰ 100 ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਤੇ ਇਹ ਜਵਾਨ ਧੀਆਂ ਸੜਕ ਤੇ ਬੈਠੀਆਂ ਹੋਈਆਂ ਵਿਦਿਆਰਥੀ ਨੇ। ਪਹਿਲਾਂ ਇਹਨਾਂ 'ਤੇ ਤੁਹਾਡਾ ਕਮੈਂਟ ਕੀ ਹੈ? ਭਾਈ ਜਸਵੀਰ ਸਿੰਘ ਜੀ, ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ। ਪ੍ਰੈਸ ਤਾਂ ਸਾਰੀਆਂ ਹੀ ਹੈ। ਤੁਸੀਂ ਇਸ ਵੇਲੇ ਸਾਡੀਆਂ ਧੀਆਂ ਭੈਣਾਂ, ਇਹ ਸਾਡੀਆਂ ਧੀਆਂ ਤੇ ਭੈਣਾਂ ਦੇ ਬਰਾਬਰ ਹੈ। ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਸ ਰਾਜ ਦੇ ਵਿੱਚ ਫਾਂਸੀ ਨਹੀਂ ਸੀ ਲੱਗਦੀ। ਫਾਂਸੀ ਉਹਨੂੰ ਲੱਗਦੀ ਸੀ ਜਿਹੜਾ ਬੀਬੀ ਦੀ ਜਿਹਨੂੰ ਹੱਥ ਪਾਉਂਦਾ ਸੀ। ਇਸ ਕਰਕੇ ਉਹੀ ਸਾਡੀਆਂ ਬੀਬੀਆਂ ਜਿਹੜੇ ਕਾਲਜ ਦੇ ਪੜ੍ਹਨੀਆਂ ਸੀ, ਕਿਸੇ ਨੇ ਡਾਕਟਰ ਬਣਨਾ ਹੈ, ਕਿਸੇ ਨੇ ਚੰਗਾ ਨਰਸਿੰਗ ਦੇ ਵਿੱਚ ਜਾਣਾ ਹੈ, ਕਿਸੇ ਨੇ ਪਰਵਰਿਸ਼ ਕਰਨੀ ਹੈ ਬੱਚਿਆਂ ਦੀ, ਸਾਡੇ ਸਮਾਜ ਨੂੰ ਉੱਪਰ ਲੈ ਕੇ ਜਾਣਾ। ਜੇ ਇਹੀ ਸੰਸਥਾ ਇਹਨੀਆਂ ਬੀਬੀਆਂ ਨੂੰ ਐ ਸੜਕਾਂ 'ਤੇ ਬਿਠਾਈ ਰੱਖੂਗੀ
ਤੇ ਫਿਰ ਉਹਨਾਂ ਦੇ ਕੰਨ ਤੇ ਜੂੰ ਨਾ ਸਰਕੂਗੀ ਤੇ ਇਦੋਂ ਮਾੜੀ ਗੱਲ ਤਾਂ ਨਹੀਂ, ਪਰ ਇਹ ਬਹੁਤ ਮਾੜੀ ਗੱਲ ਹੈ ਜੀ। ਇਸ ਸੰਸਥਾ ਨੇ ਸਾਡੀਆਂ ਧੀਆਂ ਨੂੰ ਸੜਕਾਂ ਤੇ ਬਿਠਾਇਆ, ਅਸੀਂ ਸ਼ਰਮ ਨਾਲ ਸਾਰੇ ਡੁੱਬੇ ਪਏ। ਫਿਰ ਇਹ ਧੀਆਂ ਕਸ਼ਮੀਰ ਦੀਆਂ, ਹੁਣ ਫਰਜ਼ ਕਰੋ ਮੇਰੀ ਭੈਣ ਮੇਰੀ ਧੀ ਜਾਂ ਆਪਣੇ ਗੁਪਤਾ ਸਾਹਿਬ ਦੀ ਬੇਟੀ ਹੈ ਜਿਹੜੀ ਇੱਥੇ, ਉਹ ਜੇ ਕਸ਼ਮੀਰ ਚਲੀ ਜਾਵੇ ਉੱਥੇ ਪੜ੍ਹਦੀ ਹੋਵੇ ਤੇ ਉਹਦਾ ਰੋਲ ਨੰਬਰ ਦੀ ਕੋਈ ਪ੍ਰੋਬਲਮ ਆ ਜਾਏ ਤੇ ਉਹਨੂੰ ਸੜਕ ਤੇ ਬਿਠਾ ਦੇਵੇ ਤੇ ਆਪਾਂ ਹਿਰਦੇ ਤੇ ਲਾ ਕੇ ਵੇਖੀਏ ਉਹਦੇ ਨਾਲ ਕੀ ਬੀਤਦੀ। ਇਸ ਕਰਕੇ ਇਹੋ ਜੀ ਘਿਨੌਣੀ ਹਰਕਤ ਕਦੇ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਸਾਰਿਆਂ ਨੇ ਮਰ ਜਾਣਾ, ਇੱਥੇ ਰਹਿਣਾ ਤਾਂ ਕਿਸੇ ਨਹੀਂ, ਇੱਥੇ ਰਹਿਣਾ ਸੱਚ ਤੇ ਅਣਖ ਰਹਿਣਾ ਚਾਹੀਦਾ। ਤੇ ਦੂਜੇ ਪਾਸੇ ਆਪਾਂ ਕਹਿੰਦੇ ਆ ਕਿ ਵੀ ਜਿਹੜੀ ਇਹਨਾਂ ਦੀ ਅਟੈਂਡੈਂਸ ਹੈ, ਇਹ ਅਟੈਂਡੈਂਸ ਘਟ ਗਈ। ਹੁਣ ਬੱਚਿਆਂ ਦੇ ਮੂੰਹ ਵਿੱਚ ਟੀਚਰ ਤਾਂ ਹੈ ਨਹੀਂ, ਅਟੈਂਡੈਂਸ ਸਵਾਲ ਲੱਗਣੀ ਜੇ ਟੀਚਰ ਹੀ ਨਹੀਂਗਾ ਹੈ। ਦੂਜੀ ਪਾਸੇ ਮੈਨੂੰ ਲੱਗਦਾ ਅਟੈਂਡੈਂਸ ਲਾਉਣ ਵਾਲਾ ਵੀ ਨਹੀਂ ਹੋਣਾ ਇੱਥੇ ਤਾਂ। ਦੂਜੀ ਗੱਲ, ਦੂਜੇ ਪਾਸੇ ਕਰੋਨਾ ਸੀ, ਕਰੋਨਾ ਦੇ ਵਿੱਚ ਤੁਸੀਂ ਸੋਚੋ ਬਈ ਬੱਚੇ ਪੜ੍ਹਨ ਨਹੀਂ ਜਾ ਸਕੇ ਤੇ ਸਰਕਾਰ ਨੇ ਫੈਸਲਾ ਕਰ ਲਿਆ ਕਿ ਜਿਹੜੇ ਬੱਚੇ ਜਮਾ ਸਕੂਲ ਹੀ ਨਹੀਂ ਗਏ ਉਹਨਾਂ ਨੂੰ ਡਿਗਰੀਆਂ ਦੇਤੀਆਂ। ਉਹ ਡਿਗਰੀਆਂ ਦੇ ਸੰਬੰਧ ਦੇ ਵਿੱਚ ਬੜੀਆਂ ਯੂਨੀਵਰਸਿਟੀਆਂ ਨੇ ਕੀ ਕੀਤਾ, ਜਿਹੜੇ ਨਜਾਇਜ਼ ਸੀ 2 ਨੰਬਰ ਦੇ ਬੰਦੇ ਪਾ ਕੇ ਉਹਨਾਂ ਨੂੰ ਵੀ ਪਾਸ ਕਰਤਾ, ਕਿਉਂਕਿ ਉਹਨਾਂ ਦੇ ਵਿੱਚ ਕਰਤੇ ਬਈ ਉਹਦੇ ਵਿੱਚ ਕਰਕੇ ਵੱਡੇ ਵੱਡੇ ਕਾਪੜੇ ਹੋ ਗਏ। ਦੂਜੇ ਪਾਸੇ ਚੱਲੋ ਬਠਿੰਡੇ, ਚੱਲੋ ਬਠਿੰਡੇ ਦੇ ਵਿੱਚ ਉਹ ਟ੍ਰੇਨਿੰਗ ਲੈਂਦੇ ਆ, MBBS ਦੀ ਟ੍ਰੇਨਿੰਗ ਲੈਂਦੇ ਆ, ਇੰਜੀਨੀਅਰਿੰਗ ਦੀ ਟ੍ਰੇਨਿੰਗ ਲੈਂਦੇ ਆ, ਚੰਗੇ ਯੂਨੀਵਰਸਿਟੀਆਂ ਦੇ ਟ੍ਰੇਨਿੰਗ ਲੈਂਦੇ ਆ ਕਿ ਤੁਸੀਂ ਟੈਸਟ ਦੇਣਾ, ਟੈਸਟ ਦੇ ਕੇ ਜਿੰਨੇ ਬਠਿੰਡੇ ਦੇ ਸਕੂਲ ਹੈ ਉਹਨਾਂ 'ਚ ਇੱਕ ਬੱਚਾ ਨਹੀਂ ਹੈ, ਸਾਰੀ ਡੰਮੀ ਹੈ। ਇੱਕ ਦਿਨ ਵੀ ਨਹੀਂ ਜਾਂਦੇ, ਲੈਕਚਰ ਲੱਗੇ ਜਾਂਦੇ। ਪਹਿਲਾਂ ਤੈਅ ਕਰਦੇ ਆ ਕਿ ਆਹ ਬੱਚੇ ਨੇ ਸਕੂਲ ਨਹੀਂ ਆਉਣਾ, ਇਹਦੀਆਂ ਹਾਜ਼ਰੀਆਂ ਪੂਰੀਆਂ ਕਰਨੇ, ਕਿੰਨੇ ਪੈਸੇ, ਪੜ੍ਹਦੇ ਤਾਂ ਕਿਤੇ ਆ। ਇਸ ਕਰਕੇ ਜੇਕਰ ਇਹ ਬੱਚਿਆਂ ਦੀ ਮੰਨ ਲਓ ਘਟ ਵੀ ਗਈਆਂ ਇਹਨਾਂ ਦੇ, ਤੇ ਫਿਰ ਇਹ ਕਿੱਡਾ ਗੱਲ ਹੋ ਗਈ, ਕੀ ਹੋ ਗਿਆ ਹੈ, ਜਦੋਂ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰੇ। ਦੂਜੇ ਪਾਸੇ ਇੱਕ ਆ ਧੀ ਕਹਿ ਰਹੀ ਆਪਣੀ ਕਸ਼ਮੀਰ ਤੋਂ ਆਈ ਆ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਇਹਦੇ ਮਨ ਦੇ ਵਿੱਚ ਕੌਨਸ਼ੈਂਸ ਦੇ ਵਿੱਚ ਜੇ ਗੱਲ ਬਹਿ ਗਈ ਤੇ ਫਿਰ ਦੱਸੋ ਫਿਰ ਅਸੀਂ ਕਿੱਥੇ ਇਸ ਗੱਲ ਦਾ ਦੇਣਾ ਦੇਵਾਂਗੇ। ਵੱਡੀ ਗੱਲ ਵਿੱਚ ਇਹ ਫਿਲਹਾਲ ਅਸੀਂ ਗੱਲ ਇਹਨਾਂ ਦੀ ਐਡਮਿਟ ਕਾਰਡ ਨੂੰ ਲੈ ਕੇ ਕਰ ਰਹੇ ਹਾਂ। ਦਿਨੇ ਇਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਹਰ ਧਾਰਮਿਕ ਤਿਉਹਾਰ ਇੱਥੇ ਮਨਾਇਆ ਜਾਂਦਾ, ਅਸੀਂ ਵੀ ਉਹਨੂੰ ਸੈਲੀਬ੍ਰੇਟ ਕਰਦੇ, ਕਹਿੰਦੇ ਅਸੀਂ ਪੈਸੇ ਵੀ ਪਾਉਣੇ ਵੀ ਚਲੋ ਆਪਾਂ ਸਾਰੇ ਲੰਗਰ ਛਕਾਂਗੇ, ਸਭ ਕੁਝ ਕਰਾਂਗੇ, ਪਰ ਕਹਿੰਦੇ ਸਾਡੀ ਜਿੱਦਣ ਈਦ ਸੀ ਸਾਡੀਆਂ ਡਿਊਟੀਆਂ ਲਾਤੀਆਂ ਵੀ ਚਲੋ ਮੁਕਤਸਰ ਤੁਸੀਂ ਹਸਪਤਾਲ ਜਾਓ, ਕਹਿੰਦੇ ਸਾਡਾ ਇੱਕ ਬਹੁਤ ਪਵਿੱਤਰ ਤਿਉਹਾਰ ਹੁੰਦਾ, ਅਸੀਂ ਉਹਨੂੰ ਸੈਲੀਬ੍ਰੇਟ ਕਰਨਾ ਹੁੰਦਾ। ਇਸ ਤਰ੍ਹਾਂ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ। ਅਸੀਂ ਜਦੋਂ ਮਿਲੇ ਪਰ ਕਾਲਜ ਅਧਿਕਾਰੀਆਂ ਨੂੰ, CEO ਮੈਡਮ ਨੂੰ ਮਿਲੇ, ਉਹ ਕਹਿੰਦੀ ਇਹ ਤਾਂ ਜੀ ਦੇਸ਼ ਦੇ ਵਿਰੋਧੀ ਕੁਛ ਇਹਨਾਂ 'ਚ ਹੈਗੇ ਨੇ, ਇਸ ਤਰ੍ਹਾਂ ਦੇ ਸਟੇਟਸ ਲਾਉਂਦੇ ਨੇ, ਇਹ ਕਸ਼ਮੀਰ ਵਾਲੇ, ਇਸ ਤਰ੍ਹਾਂ ਦਾ ਇਹਨਾਂ ਨਾਲ ਪੱਖਪਾਤ ਕੀਤਾ ਜਾਂਦਾ ਕਿ ਕਸ਼ਮੀਰ ਵਾਲੇ ਬੰਦੇ ਨਹੀਂ ਹੁੰਦੇ। ਕਸ਼ਮੀਰ ਵਾਲੇ ਦੇਸ਼ ਵਿਰੋਧੀ ਕਿਵੇਂ ਹੋ ਗਏ ਵੀ? ਮੈਨੂੰ ਦੱਸੋ। ਕਸ਼ਮੀਰ ਇੱਕ ਇੰਡੀਆ ਦਾ ਹਿੱਸਾ ਹੈ, ਕਸ਼ਮੀਰ ਦੇ ਵਿੱਚ ਲੋਕ ਰਹਿੰਦੇ ਆ, ਇੰਡੀਆ ਵਾਲੇ ਕਸ਼ਮੀਰ ਨੂੰ ਤਾਂ ਪਿਆਰ ਕਰਦੇ ਆ ਵੀ ਹੈ ਕਸ਼ਮੀਰ, ਸਾਡੇ ਕਸ਼ਮੀਰੀਆਂ ਨੂੰ ਪਿਆਰ ਕਿਉਂ ਨਹੀਂ ਕਰਦੇ? ਕਸ਼ਮੀਰੀਆਂ ਨੂੰ ਵੀ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਉਹਨਾਂ ਦੀ ਜਨਤਾ ਨੂੰ ਕਰਨਾ ਚਾਹੀਦਾ। ਹੁਣ ਕਸ਼ਮੀਰ ਦੇ 2 ਟੋਟੇ ਕਰਤੇ ਆ, ਜਮਹੂਰੀਅਤ ਦਾ ਕਤਲ ਕਰ ਦਿੱਤਾ, ਅਸੀਂ ਜਾ ਕੇ ਆਏ ਹਾਂ। ਕਸ਼ਮੀਰੀ ਤਾਂ ਸਾਰਿਆਂ ਨੂੰ ਹੱਥਾਂ ਚੱਕ ਲੈਂਦੇ ਆ। ਹੁਣ ਕਹਿੰਦੇ ਕਸ਼ਮੀਰੀਆਂ ਦਾ, ਫਿਰ ਜੇ ਕਸ਼ਮੀਰੀਆਂ ਨਾਲ ਨਫ਼ਰਤ ਤਾਂ ਕਸ਼ਮੀਰ ਦਾ ਸੇਬ ਕਿਉਂ ਖਾਂਦੇ ਤੁਸੀਂ? ਕਸ਼ਮੀਰ ਦਾ ਅਖਰੋਟ ਕਿਉਂ ਖਾਂਦੇ ਹੋ ਹੈ? ਕਸ਼ਮੀਰ ਦੇ ਵਿੱਚ ਸਾਡੇ ਗੁਰੂ ਸਾਹਿਬ ਦੇ ਅਨੇਕਾਂ ਬੰਦੇ ਹੁਣ ਗਏ ਸੀ, ਮੈਨੂੰ ਉੱਥੇ ਮਿਲੇ ਜੀ, ਅਸੀਂ ਇਹ ਤੋਂ ਸੇਬ ਲੈਣ ਆਏ ਹਾਂ। ਹਾਂ, ਕਸ਼ਮੀਰ ਦਾ ਸੇਬ ਤਾਂ ਚੰਗਾ ਲੱਗਦਾ ਹੈ, ਕਸ਼ਮੀਰ ਦਾ ਅਖਰੋਟ ਵੀ ਚੰਗਾ ਲੱਗਦਾ ਹੈ, ਕਸ਼ਮੀਰ ਦੇ ਜਿਹੜੇ ਤੁਹਾਡੇ ਪਦਾਰਥ ਆ ਉਹ ਸਾਰੇ ਚੰਗੇ ਲੱਗਦੇ ਆ, ਕਸ਼ਮੀਰੀ ਚੰਗੇ ਨਹੀਂ ਲੱਗਦੇ। ਇਸ ਕਰਕੇ ਐਡਮਿਸ਼ਨ ਕਰਾਉਣੀ ਸੀ ਉਦੋਂ ਉੱਥੇ ਸਪੈਸ਼ਲ ਜਾ ਕੇ ਐਡਵਰਟਾਈਜ਼ਮੈਂਟ ਕੀਤਾ, ਹੁਣ ਇਹ ਆ ਗਏ ਆ, ਐਡਮਿਸ਼ਨ ਲੈ ਲਈ ਆ, ਹੁਣ ਇਹਨਾਂ ਨਾਲ ਧੱਕਾ ਕੀਤਾ ਜਾ ਰਿਹਾ। ਇਹ ਤਾਂ ਜੀ ਕਿਰਤਕਣ ਵਾਲੀ ਗੱਲ ਹੈ। ਇਸ ਕਰਕੇ ਇਹਨਾਂ ਨਾਲ ਜਿਹੜਾ ਮਿਸਬਿਹੇਵ ਕੀਤਾ ਹੈ ਇਹ ਨਹੀਂ ਕਰਨਾ ਚਾਹੀਦਾ। ਤੁਰੰਤ ਇਹਨਾਂ ਨੂੰ ਕਾਰਡ ਦੇਣੇ ਚਾਹੀਦੇ। ਹੁਣੇ ਕਾਰਡ ਆ ਗਿਆ ਜੀ, ਹਾਂ ਸੈਂਟਰ ਇੱਥੇ ਕੁਛ ਆਇਆ ਨਹੀਂ, ਲਿਖਿਆ ਨਹੀਂ ਹੈ, ਪਰ ਕਾਰਡ ਇੱਥੇ ਆ ਗਿਆ। ਉਹ ਵੀ ਕਿਹੜੇ ਸੈਂਟਰ ਜਾਊਂਗੇ, ਕਿਹੜੀ ਬੱਸ 'ਤੇ ਜਾਣਗੇ, ਕਦੋਂ ਜਾਣਗੇ, ਕੌਣ ਲੈ ਕੇ ਜਾਊਗਾ, ਕਿਵੇਂ ਅਸੈਸਮੈਂਟ ਇਹਦੀ ਪੂਰੀ ਹੋਊਗੀ ਤੇ ਕਿਸ ਤਰੀਕੇ ਇਹਨਾਂ ਦੇ ਨਾਲ ਜਿਹੜਾ ਅੱਗੇ ਮਿਸਬਿਹੇਵ ਹੋਇਆ। ਹੁਣ ਗੱਲ ਹੋਰ ਹੈ, ਦੇਖੋ ਤੁਸੀਂ ਮੈਨੂੰ ਇਹ ਗੱਲ ਪੁੱਛੀ ਈਦ ਬਾਰੇ। ਹੁਣ ਵੇਖੋ, ਜਿਵੇਂ ਹਿੰਦੂ ਵੀਰ ਆਪਦੇ ਧਰਮ ਮਨਾਉਂਦੇ, ਬੜੀ ਚੰਗੀ ਗੱਲ ਹੈ, ਉਹਦੇ 'ਚ ਕਿਸੇ ਨੂੰ ਕੋਈ ਮਨਾਉਣਾ ਚਾਹੀਦਾ, ਸਿੱਖ ਵੀ ਮਨਾਉਂਦੇ। ਇਹ ਬੱਚਿਆਂ ਨੇ ਜਦੋਂ ਈਦ ਵਾਲੇ ਦਿਨ ਇਹਨਾਂ ਨੇ ਪਾਸੇ ਜਾਣਾ ਨਹੀਂ ਸੀ ਚਾਹੀਦਾ। ਜੇ ਉੱਦਾਂ ਅੜ ਜਾਂਦੇ ਨਾ ਇੱਥੇ ਵੀ ਅਸੀਂ ਇੱਥੇ ਮਨਾਵਾਂਗੇ ਈਦ ਵਾਲੇ ਦਿਨ, ਕਿਤੇ ਜਾਂਦੇ ਨਹੀਂ ਤੇ ਫਿਰ ਇਹ ਇੱਥੋਂ ਤੱਕ ਪੰਗਾ ਪੈਣਾ ਹੀ ਨਹੀਂ ਸੀਗਾ, ਪੰਗਾ ਹੀ ਨਹੀਂ ਸੀ ਪੈਣਾ। ਉਦੋਂ ਇਹਨਾਂ ਦੀ ਮਨਸ਼ਾ ਜਿਹੜੀ ਉਹ ਸਾਹਮਣੇ ਆ ਜਾਣੀ ਸੀ। ਤਾਂ ਹੁਣ ਸੈਂਟਰ ਲਿਖਾਉਣ ਲਈ ਸ਼ਾਇਦ ਦੁਆਰੇ ਜਾ ਰਹੇ ਹੋ, ਖਾਲੀ ਭੇਜਦੇ ਉਹਨੇ। ਇੱਕ ਗੱਲ ਹੋਰ ਹੈ, ਜਸਕਰਨ ਸਿੰਘ ਜੀ, ਤੁਸੀਂ ਅੰਮ੍ਰਿਤ ਛਕਿਆ, ਗੁਰੂ ਮਹਾਰਾਜ ਦਾ ਹੁਕਮ ਹੈ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹ ਸੱਚ ਬੋਲੇ। ਜਿਹੜਾ 5 ਵਕਤ ਦਾ ਨਵਾਜੀ ਮੁਸਲਮਾਨ ਆ, ਸੱਚਾ ਮੁਸਲਮਾਨ, ਉਹ ਵੀ ਸੱਚ ਬੋਲਦਾ, ਉਹ ਵੀ ਸਿਰ ਤੇ ਲਵਾ ਦਿੰਦਾ, ਪਰ ਉਹ ਝੂਠ ਦਾ ਰਾਹ ਨਹੀਂ ਫੜਦਾ। ਤਾਂ ਇਹ ਕਾਲਜ ਦੇ ਅਧਿਕਾਰੀ ਜਿਹੜੇ ਆ, ਚਲੋ ਨਾ ਤੇ ਉਹ ਸਿੱਖ ਆ ਨਾ ਮੁਸਲਮਾਨ ਹੈ, ਕਿਸੇ ਹੋਰ ਜਿਹੜੇ ਧਰਮ ਨਾਲ ਸੰਬੰਧ ਰੱਖਦੇ ਆ, ਪਰ ਉਹਨਾਂ ਨੇ ਕੈਮਰੇ ਸਾਹਮਣੇ ਕਿਹਾ, ਮੀਡੀਆ ਨੂੰ ਕਈ ਵਾਰ ਕਿਹਾ,
ਔਰ ਸਾਡੇ ਕੋਲ 10 ਵੀਡੀਓਜ਼ ਆ, ਕਹਿੰਦੇ ਜੀ ਸਾਡੇ ਕੋਲ ਐਡਮਿਟ ਕਾਰਡ ਆਏ ਨਹੀਂ, ਯੂਨੀਵਰਸਿਟੀ ਨੇ ਦਿੱਤੇ ਨਹੀਂ, ਆ ਹੁਣ ਐਡਮਿਟ ਕਾਰਡ ਆ ਗਏ, ਤਾਂ ਇਦੋਂ ਵੱਡਾ ਝੂਠ ਕੀ ਹੋ ਸਕਦਾ? ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ। ਤੁਹਾਡੇ ਸਾਹਮਣੇ ਕਿਹਾ, ਕੈਮਰੇ ਸਾਹਮਣੇ ਕਿਹਾ, ਹੁਣੇ ਜਿਹੜੇ ਆ ਗਏ ਆ ਹੁਣ ਇਹਨਾਂ ਨੂੰ ਆਪ ਹੀ ਜਵਾਬ ਦੇਣਾ ਚਾਹੀਦਾ ਭਾਈ ਵੀ ਕਿਆ ਕੀ ਸੀ, ਕੀਤਾ ਕੀ। ਇਸ ਤੋਂ ਗੱਲ ਸਾਬਤ ਹੋ ਗਈ ਕਿ ਜੇ ਤੁਹਾਡੇ ਸਾਹਮਣੇ ਇਹ ਜਿਹੜੇ ਕਾਰਡ ਹੈ, ਅਟੈਂਡੈਂਸ ਕਾਰਡ ਹੈ, ਇਹ ਆ ਗਏ ਹੈ, ਇਹਦਾ ਮਤਲਬ ਇਹ ਨਹੀਂ ਆਏ ਸੀ ਤਾਂ ਧੱਕਾ ਸੀ ਨਾ, ਇਹਦਾ ਮਤਲਬ ਪਹਿਲਾਂ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸੀ। ਇਹ ਤਾਂ ਸਾਬਤ ਹੋ ਗਿਆ, ਸਾਬਤ ਹੋ ਗਿਆ। ਤਾਂ ਪੰਜਾਬ ਤੋਂ ਬਾਹਰ ਨਾ ਹੋਰ ਸੂਬਿਆਂ 'ਚ ਤਾਂ ਜਿੱਦਾਂ ਕਸ਼ਮੀਰ ਦੇ ਜਿਹੜੇ ਲੋਕਾਂ ਦੇ ਨਾਲ ਜਾਂ ਕੁਛ ਹੋਰਾਂ ਦੇ ਨਾਲ ਧੱਕੇ ਜਿਹੇ ਹੁੰਦੇ ਸੀਗੇ, ਪੰਜਾਬ 'ਚ ਬਹੁਤ ਘੱਟ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ, ਕਿਉਂਕਿ ਪੰਜਾਬ 'ਚ ਲੋਕ ਬੜਾ ਸੋਹਣਾ ਮਾਹੌਲ ਆ, ਚੰਗੇ ਕਾਲਜਾਂ 'ਚ ਸੋਹਣਾ ਮਾਹੌਲ ਆ। ਇੱਥੇ ਪਹਿਲਾ ਮਾਮਲਾ ਆਇਆ ਹੈਗਾ, ਜੇ ਇਹ ਮਾਮਲੇ ਦੀ ਇਹਨਾਂ ਨੇ ਭੁੱਲ ਚੁੱਕ ਗਲਤੀ ਨਾ ਮੰਨੀ ਜਾਂ ਇਹਨੂੰ ਜਿਹੜਾ ਇੱਕ ਸੁਧਾਰ ਨਾ ਕੀਤਾ ਤਾਂ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹੈਗੇ। ਨਹੀਂ ਜੀ, ਮਾਮਲੇ ਤਾਂ ਬਹੁਤ ਸਾਹਮਣੇ ਥਾਂ ਕਿ ਇੰਡੀਆ ਦੇ ਵਿੱਚ ਧੱਕੇ ਹੋ ਰਹੇ ਆ, ਹਰੇਕ ਸਟੇਟ ਧੱਕੇ ਹੋ ਰਿਹਾ, ਮੁਸਲਮਾਨ ਕੌਮ ਨਾਲ ਸਿੱਖ ਕੌਮ ਨਾਲ ਬੜਾ ਧੱਕਾ ਹੋ ਰਿਹਾ। ਹੁਣ ਸਰਬਜੀਤ ਸਿੰਘ ਦੀ ਦਿੱਲੀ ਦੇ ਵਿੱਚ ਪੱਗ ਲਾ ਦਿੱਤੀ ਗਈ ਹੈ, ਇਸ ਕਰਕੇ ਸਾਰਾ ਕੁਝ ਹੋ ਰਿਹਾ ਹੈ, ਇਹ ਧੱਕੇ ਹੋ ਰਹੇ, ਪਰ ਫਿਰ ਵੀ ਆਪਾਂ ਇਹਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਇਹਨੂੰ ਸਹੀ ਰਸਤੇ ਤੋਰਨ ਦੀ ਗੱਲ ਕਰਾਂਗੇ, ਕਰਦੇ ਰਹਾਂਗੇ ਜੀ। ਬਿਲਕੁਲ, ਤਾਂ ਅਸੀਂ ਬੈਠੇ ਹੋਏ ਆ ਜੀ HKL ਗਰੁੱਪ ਦੇ ਜਿਹੜਾ ਕਿ ਅਦਾਰਾ ਹੈਗਾ HKL ਨਰਸਿੰਗ ਕਾਲਜ ਗੁਰੂ ਹਰਸਹਾਏ, ਤਾਂ ਵਿਦਿਆਰਥੀ ਬੈਠੇ ਜਿਨ੍ਹਾਂ ਦਾ ਪੇਪਰ ਸੀਗਾ ਕੱਲ ਨੂੰ। ਇਹ ਖਾਸ ਗੱਲ ਆ ਵੀ ਦੇਖੋ ਇਹਨਾਂ ਨੇ ਤਿਆਰੀ ਕਰਨੀ ਸੀ ਇੱਥੇ, ਹੁਣ ਵੀ ਉਹ ਪਿੱਛੇ ਵੀ ਵਿਦਿਆਰਥੀ ਬੈਠੇ, ਉਹ ਕਿਤਾਬਾਂ ਪੜ੍ਹ ਰਹੇ ਹੈਗੇ ਆ ਜਿਨ੍ਹਾਂ ਦਾ ਕੱਲ ਨੂੰ ਪੇਪਰ ਆ। ਪਰ ਕਿਸ ਤਰ੍ਹਾਂ ਪੇਪਰ ਇਹਨਾਂ ਨੇ ਦੇਣਾ ਸੀ, 12 ਵਜ ਗਏ, ਅਜੇ ਤੱਕ ਇਹਨਾਂ ਨੂੰ ਐਡਮਿਟ ਕਾਰਡ ਨਹੀਂ ਦਿੱਤੇ ਗਏ, ਜਾਂ ਕਈਆਂ ਨੂੰ ਹੁਣ ਦਿੱਤਾ ਜਾਣ ਦਾ ਜਿਹੜਾ ਵਾਅਦਾ ਕੀਤਾ ਜਾ ਰਿਹਾ ਵੀ ਲਓ ਜੀ ਹੁਣ ਐਡਮਿਟ ਕਾਰਡ ਲੈ ਲਓ, ਸਵੇਰੇ ਤੁਸੀਂ ਪੇਪਰ ਦੇ ਦਿਓ। ਇਸ ਵੇਲੇ ਕਾਰਡ ਮਿਲੇਗਾ, ਕਿਹੜੇ ਵੇਲੇ ਤਿਆਰੀ ਕਰਨਗੇ, ਕਿਹੋ ਜਿਹਾ ਉਹਦਾ ਰਿਜ਼ਲਟ ਹੋਏਗਾ, ਕਿਹੋ ਜਿਹਾ ਜਿਹੜਾ ਹੈਗਾ ਉਹਨਾਂ ਦਾ ਫਿਊਚਰ ਹੋਏਗਾ, ਇਹ ਵੀ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ। ਤਾਂ ਹਾਂਜੀ, ਤੁਹਾਡਾ ਨਾਮ ਕੀ ਹੈ? सर मेरा नाम रईस अहमद है सर, मैं BSc नर्सिंग 3rd ईयर में हूँ। ਤੁਹਾਡੇ ਨਾਮ ਬਹੁਤ ਸੋਹਣੇ ਵੈਸੇ ਹੈ ਨਾ, ਲੰਬੇ ਲੰਬੇ ਵੱਡੇ ਵੱਡੇ ਨਾਮ। ਕਈਆਂ ਦੇ ਨਾਮ ਟੋਨੀ, ਮੋਨੀ, ਪਿੰਕੂ, ਸ਼ਿੰਕੂ ਇਦਾਂ ਵੀ ਚੱਲਦੇ ਸਾਡੇ ਪੰਜਾਬ 'ਚ ਅੱਜ ਕੱਲ੍ਹ। ਪਹਿਲਾਂ ਸਾਡੇ ਨਾਮ ਬੜੇ ਸੋਹਣੇ ਹੁੰਦੇ, ਜਰਨੈਲ ਸਿੰਘ ਹੈ ਨਾ, ਪ੍ਰਤਾਪ ਸਿੰਘ। ਚਲੋ ਅੱਗੇ ਚੱਲਦੇ ਹਾਂ, ਤੁਹਾਡਾ ਵੀ ਪੇਪਰ ਸੀਗਾ? यस सर, मेरा भी पेपर है सर, कल मेरा पेपर है। ਤਾਂ ਕਾਰਡ ਮਿਲ ਗਿਆ? अभी नहीं मिला सर, कुछ नहीं मिला कार्ड। ਹੁਣੇ ਲੈ ਕੇ ਆਏ ਸੀ ਬਿਨਾਂ ਸੈਂਟਰ ਤੋਂ ਲਿਖੇ ਹੋਏ ਕਾਰਡ। ਜੇ ਹੁਣ ਕਾਰਡ ਮਿਲਦਾ ਤਾਂ ਪੇਪਰ ਕਿਹੋ ਜਿਹਾ ਹੋਊਗਾ? सर ये तो आपको ही पता है सर, सुबह से हम बैठे हैं, तब फिलहाल तो हमें 2 मंथ हमें घर से आए हुए हैं। तो उसमें पहले तो हमें डेली तो हरासमेंट की जाती थी हमारे साथ, हमें बुलाया जा, कुछ होता कॉलेज का इशू हमें। तो स्टडी तो यहाँ मतलब टीचर तो है ही नहीं सर, टीचर आपने भी देखा होगा, टीचर तो आए ही नहीं। बोले 24 टीचर्स तो हमें दिखाएं, वो टीचर्स कहाँ हैं? ਫਿਰ ਫੀਸ ਕਾਦੀ ਲੈਂਦੇ ਆ? ਜੇ ਪੇਪਰ ਨਹੀਂ, ਟੀਚਰ ਨਹੀਂ ਹੈਗਾ, ਤੁਹਾਨੂੰ ਪੜਾਉਂਦਾ ਕੌਣ ਆ? ਫੀਸ ਕਾਦੀ ਲੈਂਦੇ ਆ? ਕਮਰੇ ਏਡੇ ਏਡੇ ਬਣੇ ਹੋਏ, ਕੀ ਕਰਦੇ ਤੁਸੀਂ ਉੱਥੇ ਬੈਠ ਕੇ? सर खुद पढ़ते हैं। एक टीचर सर जो आता है टीचर सर, जो टीचर आता है सर, एक हाँ एजुकेशन डिपार्टमेंट में जो भी टीचर है, एक ही दिन पूरा दिन वही टीचर हमें पढ़ाएगा, वही हमें पढ़ाएगा, फिर वो भी नहीं सर, एक्चुअली हमें लड़कियों को एक रूम में बिठाते हैं सारी, चाहे GNA फर्स्ट ईयर, सेकंड ईयर, थर्ड ईयर और BSc फर्स्ट ईयर, सेकंड ईयर, थर्ड ईयर, फोर्थ ईयर, सारी लड़कियों को एक रूम में रखते हैं और सारे लड़कों को एक रूम में रखते हैं। और बोला क्या जाता है, अपनी फ़ोन और ईयरफोन्स लेके आओ और अपनी किताबें खुद आप सेल्फ स्टडी करो, यूट्यूब से वीडियो देख के आप खुद पढ़ लो। और हमें एजुकेशन डिपार्टमेंट का नर्सिंग वाला टीचर कोई है नहीं, एजुकेशन डिपार्टमेंट का कोई एक टीचर, हाँ एक या दो, पता नहीं इनके पास कौन से। हमारे पास आमिना मैडम एक आते हैं और एक पता नहीं और दूसरी सिक्योरिटी गार्ड आते हैं सर, टीचर तो है नहीं, तो गार्ड्स आते हैं हमारी क्लास में, वो नज़र मारते हैं, उनको वीडियो कॉल लगी होती है फ़ोन में मैम के साथ, कौन क्या कर रहा है। सर सुबह हम आते हैं, हमारा स्टेट लेक्चर सर 10 बजे से होता है शुरू, वो हमें 5 बजे तक 5 बजे तक स्टेट लेक्चर होता है, वो हमें कॉलेज में पढ़ना है। सर हमें पढ़ाई करते हो, हम तो सर रूम में भी कर सकते हैं आराम से, ਇੱਕ कंफर्टेबल। ਮੈਨੂੰ ਇਹ ਦੱਸੋ, ਤੁਸੀਂ BSc ਕਰਦੇ ਨਰਸਿੰਗ? BSc ਤੁਸੀਂ ਵੀ BSc? ਕਿੰਨੀ ਫੀਸ ਹੈ ਇੱਕ ਸਾਲ ਦੀ? सर 120 सर, 1,10,000 फीस ਅੱਛਾ, बनती है। 1,10,000 ਰੁਪਇਆ। ਤੇ 1,10,000 ਇਹਨਾਂ ਨੂੰ ਦੇਣਾ ਤਾਂ YouTube ਤੋਂ ਵੀਡੀਓ ਵੇਖਣ ਦਾ ਦੇਣਾ? सर कभी वो कहते हैं YouTube तो वीडियो देख के पढ़ लो। आपको मैसेजेस भी दिखाएंगे, इनके मैसेजेस जो आते हैं रोज बोलते हैं कि अपना फ़ोन लेके जाओ और हेडफोन लेके जाओ और किताबें आप खुद वहाँ पे पढ़ लो। और सभी लड़कियों को एक साथ बिठाते हैं एक रूम में और लड़कों को भी एक साथ एक रूम में। हमारे यहाँ तो कोई टीचर आएगा एजुकेशन डिपार्टमेंट, इस चीज़ की शिकायत करोगे यूनिवर्सिटी में जाके शक्के? सर ये सीधा बोलते हैं कि आपकी यहाँ से तो आप ज़ीरो, हमें तो 1000 बार यही सुनने में मतलब यही सुनने को मिलता है कि आप यहाँ से ज़ीरो लेके जाओगे, डिग्री तो आपको हम देंगे नहीं, हमें तो ज़ीरो लगाएंगे, असेसमेंट भी ज़ीरो लगाएंगे आपकी, तो ऐसे कोई डिग्री नहीं आपको मिलेगी। 4 साल ਇੱਕ ਹੋਰ ਹੈ, ਤੁਸੀਂ ਜਦੋਂ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਤੁਹਾਡੇ ਕੋਲ ਇੱਕ ਪੰਜਾਬ ਤੋਂ ਹੈ, ਇੱਕ UP ਤੋਂ ਮੁੰਡਾ, ਇੱਕ ਕੁੜੀ ਦਿੱਲੀ ਤੋਂ ਹੈ ਨਾ, ਤਕਰੀਬਨ ਤੁਸੀਂ ਸਾਰੇ ਕਸ਼ਮੀਰ ਤੋਂ ਆ। ਜਦੋਂ ਤੁਸੀਂ ਐਡਮਿਸ਼ਨ ਲਈ ਸੀ ਤਾਂ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਕਾਲਜ ਤਾਂ ਇਦਾਂ ਦਾ ਹੈਗਾ, ਹੁਣ ਤੁਸੀਂ ਕਹਿ ਰਹੇ ਹੋ ਬਹੁਤ ਮਾੜਾ ਕਾਲਜ ਹੈ? हमें मालूम नहीं था ऐसा, स्टार्टिंग में तो हमें पता नहीं था कि ऐसा हिसाब किताब है कॉलेज का। सर मैं पहले डे स्कॉलर हुआ करता था, मैं बाहर रूम पे बैठता था। तो जब मेरे फर्स्ट ईयर के एग्ज़ाम आए तो ये मुझे फोर्स करने लगे हॉस्टल में आने के लिए, तो मैंने साफ मना कर दिया कि मैं नहीं आऊँगा। तो फिर CO मैम ने डायरेक्ट मुझे बोल दिया कि तुझे हम एग्ज़ाम देने नहीं देंगे, अगर हम एग्ज़ाम देने भी देंगे तो पास नहीं निकल पाएगा, तो तुझे हम एग्ज़ाम देने नहीं देंगे फर्स्ट ईयर। और फोर्सफुली मुझे अंदर हॉस्टल में लाया गया।
और उस टाइम इन्होंने बात की, पहली बात को आपको आउटिंग मिलेगी कि आपको वीक में 2 बार आउटिंग मिलेगी। सर अभी 2 मंथ घर से आए हुए हमें कोई आउटिंग नहीं मिली है सर, और एटीट्यूड भी लिया है हमसे। आउटिंग तो मिलती ही नहीं है हमें, यहाँ पे बाहर जाने नहीं बस सर दिएगा। ना ही कोई इधर ही बुलाते हैं, इनके बाल वाल यहाँ ही सर काटते हैं। नाई को यहाँ ही बुलाया जाता है कि आप वो भी इनका यहीं- कोई अपना बंदा यहीं होता बाल है कटाएं। या कुछ, तो उसको ही बुलाते हैं। वो बाल कैसे काटे वो नहीं है, जो से मैम बताए उनको वैसे बाल काटने और हैं सर हमें। इन्होंने पहले जब बात हुई फीस की कि आपको एग्ज़ाम से पहले फ़ीस क्लियर करनी है, पहली बात तो अब ये क्या करते हैं, फर्स्ट ईयर में तो इन्होंने वैसे ही फ़ीस ली, सेकंड ईयर से इनका क्या चालू हो गया, इन्होंने एक इंस्टॉलमेंट कर दी। आपकी 30,000 नवंबर में इंस्टॉलमेंट है और दूसरी फरवरी में है, तीसरी जून में है। तो पहले तो कोई ऐसी इंस्टॉलमेंट की बात नहीं हुई। अगर हम इंस्टॉलमेंट से 1 दिन लेट होते हैं हमें 100 रुपये 1 दिन का फाइन मेरे से तो लगाते सर हैं। 500 लिए थे, 2 दिनों के मैंने एक 1000 दिन फीस का? भरा है। एक बार मैं आउटिंग गई थी, फीस ही लेने गई थी, आउटिंग इन्होंने भेजा था मुझे एटीएम जाके फीस लेके आओ। तो सर मेरी मास्क नीचे हो गई थी, शायद थोड़ी नीचे, तो सीओ मैडम ने मुझे पता नहीं कहाँ से गाड़ी में देख लिया, मेरी मास्क कैसे नीचे हो गई थी। तो मुझे ऑफिस में बुलाया, आप 500 फाइन भरो। ਮਾਸਕ ਦਾ ਤਾਂ ਹੁਣ ਰੌਲਾ ਹੀ ਨਹੀਂ ਰਿਹਾ, ਉਹ ਤਾਂ ਉਦੋਂ ਸੀ ਜਦੋਂ ਕੋਵਿਡ ਸੀਗਾ। कि आप 500 फाइन भरो, आपकी मास्क नीचे थी। और मैंने क्या चप्पल पहन के गई थी मैं, क्योंकि पता नहीं स्वेलिंग हो गई थी कुछ मेरे पैर में। तो बोल रहे हैं कि आपकी तो चप्पल भी थी, जब हम आपको शूज़ पहना, आपका एक्सीडेंट हो जाता, ये होता है तो आपके पैर में लग जाती, कौन रेस्पॉन्सिबल, उसकी भी 500 भरो फाइन। और सर परसों बच्चे यहाँ पे स्टेयर्स पे सीढ़ियों पे बैठे हुए थे, तो उनको मैम ने देख लिया, तो उनको बुलाया गया, उनसे एप्लीकेशन लिखवाई गई बच्चों से, और उनको ये बोला गया कि आपको 5,000 फाइन देना, सीढ़ियों पे बैठने का 5,000 फाइन देना है आपको, ठीक है। 5,000, इतनी कौन सी महंगी सीढ़ियाँ हैं इनकी जिन पे बैठने का 5,000 ये फाइन ले रहे, और उनको बोल रहे हैं आपको हम एग्जाम देने नहीं देंगे जब तक ना आप फाइन पे करोगे। सर देखो, सर कल देखो मेरे रोल नंबर स्लिप, कल ये रोल नंबर हमारे लिए अवेलेबल नहीं थे, कहा यूनिवर्सिटी ने हमारा बैक लगाया, तो अब ये नादिया का रोल नंबर, ये मेरा रोल नंबर कहाँ से आया? जब हमारा बैग लगाया था यूनिवर्सिटी वालों ने, इन्होंने हमें कल शाम भी बोला और दिन में भी यही बोला शाम तक कि आपके तो यूनिवर्सिटी वालों ने बैग लगाया, आप तो 6 महीने पेपर नहीं दे पाओगे। तो अब कहाँ से ये रोल नंबर आए हमारे? बिल्कुल बिल्कुल सर, आपके सामने झूठ है सर। हर बात जो फिर ना कर रहे हैं सर, अभी तो मीडिया के सामने नहीं आ रहे हैं ना सर, नहीं तो अगर सच्चाई होते तो मीडिया के सामने आ ही जाते ना। और सर ये तो आपको भी पता है कि शाम को आपके सामने यही बोला था कि इनके रोल नंबर आए नहीं है, इनको तो यूनिवर्सिटी की तरफ से बैग है। अब कहाँ बैग है, ये कहाँ से आए? ਗੱਲਾਂ ਬਹੁਤ ਨੇ, ਗੱਲਾਂ ਬਹੁਤ ਹੈਗੀਆਂ। ਅਸੀਂ ਸਵੇਰ ਦੇ ਇੱਥੇ ਮੌਜੂਦ ਆ, ਵਿਦਿਆਰਥੀ ਹੈ ਬਹੁਤ, ਤਕਰੀਬਨ ਬਹੁਤ ਕਸ਼ਮੀਰ ਦੇ, ਇੱਕ ਯੂਪੀ ਤੋਂ, ਇੱਕ ਦਿੱਲੀ ਤੋਂ ਹੈ। ਤਾਂ ਦਿੱਲੀ ਵਾਲੀ ਨਾ ਲੜਕੀ ਦੱਸ ਰਹੀ ਸੀ ਇਹਦੀ ਗੱਲਬਾਤ, ਕਹਿੰਦੇ ਮੈਨੂੰ ਜਿਹੜਾ ਕਿਸੇ ਐਨਜੀਓ ਨੇ ਜਿਹੜਾ ਹੈਗਾ ਹੈ ਨਾ ਸਪਾਂਸਰ ਕੀਤਾ ਵੀ ਤੇਰੀ ਪੜ੍ਹਾਈ ਭਾਈ ਇਹ ਐਨਜੀਓ कराऊगी, ਤਾਂ ਤੁਹਾਨੂੰ ਵੀ पेपर नहीं देने ਦਿੱਤਾ ਗਿਆ? नहीं सर, नहीं देने दिया, जबकि इनको पता था मेरी तबीयत खराब है। इन्होंने मुझे खुद कहा था कि आपका जब एग्जाम होगा हम आपको बुला लेंगे। एक लड़का है हमारी क्लास का, उसके थ्रू इन्होंने मुझे इन्फॉर्म करवाया। मैंने उसके बावजूद भी कॉलेज में कॉन्टैक्ट किया कि मुझे आना है, मुझे कॉलेज में पढ़ना है, अपनी प्रिपरेशन करें। इनका कोई रिस्पॉन्स नहीं आया। मैं जब 2 महीने पहले यहाँ आई, इन्होंने मुझे वापस घर भेजा। मैं 3 बार इन्होंने मुझे यहाँ से वापस भेजा है। चौथी बार जब मैं आई हूँ तो इन्होंने मुझसे लिखवाया है फोर्सफुली एफिडेविट में कि ये मेरा 6 मंथ बैक लगाएंगे। किस रीज़न से इन्होंने अब तक उसको क्लियरिफाई नहीं किया है कि मुझे ये बैक कैसे लगा सकते और हैं। अगर बैग लगाना था तो रोल नंबर स्लिप कहाँ से आई फिर? इन्होंने फीस क्यों ली सर? अगर हमारा बैक लगना था तो ये फीस ही नहीं हमसे पहले लेते। हमने तो सर हमने फॉर्म भरे हैं यूनिवर्सिटी, उनकी भी फीस 4100 हमने कब की भरी हुई है सर। ਜੀ ਤਾਂ ਆਓ ਅਸੀਂ ਹੁਣ ਚੱਲਦੇ ਹਾਂ ਉੱਧਰ। ਮਾਨਦਲ ਦੇ ਆਗੂ ਵੀ ਬੈਠੇ ਹੋਏ ਆ, ਉਹ ਰਾਤ ਨੂੰ ਜਿਹੜਾ ਹੈਗਾ ਇਹਨਾਂ ਦੇ ਨਾਲ ਧਰਨੇ ਤੇ ਬੈਠੇ ਆ, ਇਸ ਪ੍ਰਦਰਸ਼ਨ ਦੇ ਵਿੱਚ ਬੈਠੇ ਹੋਏ ਆ। ਤਾਂ ਉਹ ਕੀ ਸੋਚਦੇ ਆ ਹੁਣ ਜਿਹੜਾ ਐਡਮਿਟ ਕਾਰਡ ਤੇ ਆ ਗਏ, ਅਗਲਾ ਉਹਨਾਂ ਦਾ ਕਿਸ ਤਰ੍ਹਾਂ ਦਾ ਪਲਾਨ ਹੈਗਾ, ਅਸੀਂ ਉਹ ਗੱਲਬਾਤ ਕਰਾਂਗੇ। ਹਾਂਜੀ ਥਿੰਦ ਸਾਹਿਬ, ਐਡਮਿਟ ਕਾਰਡ ਤੇ ਆ ਗਏ, ਉਹ ਐਡਮਿਟ ਕਾਰਡ ਪੈਦਾ ਹੋ ਗਏ ਜਿਹੜੇ ਯੂਨੀਵਰਸਿਟੀ ਨੇ ਭੇਜੇ ਨਹੀਂ ਸੀ। ਇਹ ਵੀ ਵੈਸੇ ਸ਼ਾਇਦ ਚਮਤਕਾਰ ਵੀ ਹੁੰਦੇ ਇਸ ਕਾਲਜ ਦੇ ਵਿੱਚ। ਬੜੀ ਹੈਰਾਨੀ ਵਾਲੀ ਗੱਲ ਆ ਤੁਹਾਡੇ ਸਾਹਮਣੇ ਆ ਕਿ ਸਵੇਰ ਦਾ ਜੋ ਇੱਥੇ ਇਹਨਾਂ ਨੇ ਅੱਜ ਜਿਹੜਾ ਇਹ ਤਮਾਸ਼ਾ ਦਿਖਾਇਆ ਹੈ ਨਾ, ਇੱਕ ਐਫੀਲੀਏਟਡ ਕਾਲਜ ਹੋਵੇ, ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਇਹ ਚੱਲਦਾ ਹੈ, ਤਾਂ ਅਸੀਂ ਤਾਂ ਚਾਹੁੰਦੇ ਸੀ ਇਹਨਾਂ ਦੀ ਤਾਂ ਮਾਨਤਾ ਰੱਦ ਹੋਣੀ ਜਾਣੀ ਚਾਹੀਦੀ ਆ ਵੀ ਵਿਦਿਅਕ ਅਦਾਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਤਾਂ ਹੁੰਦੇ ਨਹੀਂ। ਬਾਕੀ ਆ ਐਡਮਿਟ ਕਾਰਡ ਵਾਲੀ ਗੱਲ ਹੈ, ਇਹ ਹੁਣ ਆ ਗਏ ਨੇ ਜਿਹੜੇ ਕਹਿ ਰਹੇ ਸੀ ਵੀ ਸਾਡੇ ਕੋਲ ਆਏ ਨਹੀਂ ਗਏ। ਹੁਣ ਕੋਈ ਗੱਡੀ, ਆਪਾਂ ਇੱਥੇ ਬੈਠੇ ਆ, ਕੋਈ ਗੱਡੀ ਇਹਨਾਂ ਦੀ ਬਾਹਰ ਨਹੀਂ ਗਈ, ਕੋਈ ਬਾਹਰੋਂ ਅੰਦਰ ਨਹੀਂ ਆਈ, ਤੇ ਐਡਮਿਟ ਕਾਰਡ ਪਤਾ ਨਹੀਂ ਹੁਣ ਹਵਾ ਚੋਂ ਆ ਗਏ ਆ ਜਾਂ ਕਿੱਥੋਂ ਪੈਦਾ ਹੋ ਗਏ ਆ। ਤੇ ਇਹ ਤਾਂ ਤੁਸੀਂ ਦੇਖੋ ਜੋ ਇਹ ਸਵੇਰ ਦੇ ਕਹਿ ਰਹੇ ਸੀ। ਹੁਣ ਕੋਈ ਵੀ ਅਧਿਕਾਰੀ ਇੱਥੇ ਨਹੀਂ ਆ ਰਿਹਾ, ਅੰਦਰੋਂ ਹਜੇ ਵੀ ਨਹੀਂ ਕੋਈ ਸਟਾਫ ਦਾ ਬੰਦਾ ਆ ਰਿਹਾ ਬੱਚਿਆਂ ਨੂੰ ਐਡਮਿਟ ਕਾਰਡ ਦੇਣ ਲਈ। ਭੇਜ ਦਿੱਤੇ ਗਏ ਆ ਕਿ ਵੰਡ ਦਿਓ। ਤਾਂ ਬੱਚਿਆਂ ਨੂੰ ਹੁਣ ਅਸੀਂ ਦਿਖਾ ਰਹੇ ਹਾਂ ਵੀ ਤੁਸੀਂ ਚੈੱਕ ਕਰ ਲਓ, ਕਿਉਂਕਿ ਸਾਨੂੰ ਤਾਂ ਜ਼ਿਆਦਾ ਜਾਣਕਾਰੀ ਨਹੀਂ, ਅਸੀਂ ਤਾਂ ਕਾਲਜ ਦਾ ਪ੍ਰਬੰਧ ਨਹੀਂ ਚਲਾਉਂਦੇ। ਇਹ ਤਾਂ ਬੱਚੇ ਆਏ ਦੇਖ ਰਹੇ ਆ ਕਿ ਸਰ ਵੀ ਠੀਕ ਹੈ, ਵੀ ਸਾਨੂੰ ਲੱਗ ਰਿਹਾ। ਬਾਕੀ ਸੈਂਟਰ ਨੇਮ ਵਗੈਰਾ ਨਹੀਂ ਹੈਗਾ, ਬੱਚੇ ਕਹਿ ਰਹੇ ਸ਼ਾਇਦ ਆਪ ਭਰ ਲਈਦਾ, ਜਿਵੇਂ ਵੀ ਇਹਨਾਂ ਨੂੰ ਪਤਾ ਹੋਊਗਾ। ਠੀਕ ਹੈ, ਇਹਨਾਂ ਦੀ ਜ਼ਿੰਮੇਵਾਰੀ ਹੈ। ਮੀਡੀਆ ਦੇ ਸਾਹਮਣੇ ਇਹ ਕਹਿੰਦੇ ਆ ਕਿ ਸਵੇਰੇ ਪ੍ਰਸ਼ਾਸਨ ਬੱਚਿਆਂ ਦਾ ਇੰਤਜ਼ਾਮ ਕਰੇ, ਕਾਲਜ ਪ੍ਰਬੰਧਕ ਜਿਹੜੇ ਆ, ਸੁਬਾਹ ਇਹਨਾਂ ਦਾ ਪੇਪਰ ਹੈ। ਬਾਕੀ ਪਾਰਟੀ ਦੇ ਸਿੰਘ ਸਾਰੇ ਨਾਲ ਜਾਣਗੇ ਜਿੱਥੇ ਵੀ ਐਗਜ਼ਾਮ ਹੋਊਗਾ ਇਹਨਾਂ ਬੱਚਿਆਂ ਦਾ। ਕੱਲ੍ਹ ਨੂੰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਕਸ਼ਮੀਰ ਤੋਂ ਚੱਲੇ ਹੈ, ਉਹਨਾਂ ਨੇ ਵੀ ਆਉਣਾ ਹੈ। ਤਾਂ ਸਾਰਿਆਂ ਨੂੰ ਪੇਪਰ ਤੋਂ ਬਾਅਦ
ਬਾਅਦ ਬੈਠ ਕੇ ਜੋ ਵੀ ਅਗਲੀ ਜਿਹੜਾ ਕੋਈ ਜਿਵੇਂ ਬੱਚੇ ਚਾਹਣਗੇ, ਇਹਨਾਂ ਦੇ ਪਰਿਵਾਰਕ ਮੈਂਬਰ ਚਾਹਣਗੇ, ਉਹ ਸਾਰੀ ਗੱਲਬਾਤ ਆਪਾਂ ਮੀਡੀਆ ਦੇ ਰਾਹੀਂ ਜਿਹੜਾ ਸੰਗਤ 'ਚ ਰੱਖਾਂਗੇ। ਕੋਈ ਵੀ ਫੈਸਲਾ ਜਿਹੜਾ ਅਸੀਂ ਹੁਣ ਇਹ ਤੁਹਾਡੇ ਕੈਮਰੇ ਰਾਹੀਂ ਦੱਸ ਰਹੇ ਹਾਂ, ਸਾਨੂੰ ਮੈਸੇजेस ਆ ਰਹੇ ਆ ਕਾਲਜ ਵੱਲੋਂ, ਸੁਨੇਹੇ ਆ ਰਹੇ ਆ ਜਾਂ ਇੱਧਰੋਂ ਉੱਧਰੋਂ, ਪਰ ਅਸੀਂ ਕੋਈ ਵੀ ਮਾਮਲਾ ਜਿਹੜਾ ਅੰਦਰ ਬਹਿ ਕੇ ਹੱਲ ਨਹੀਂ ਕਰਨਾ। ਅੰਦਰ ਬਹਿਣ ਵਾਲੀ ਗੱਲ ਸਵੇਰੇ ਜ਼ਿੰਮੇਵਾਰ ਬੰਦੇ ਪਾਰਟੀ ਦੇ ਸਰਦਾਰ ਇਕਬਾਲ ਸਿੰਘ ਜੀ ਹੁਣੀ ਆਏ, ਭੁੱਲਰ ਸਾਹਿਬ ਹੁਣੀ ਸਾਰੇ ਇੱਥੇ ਆਏ ਸੀ। ਸੀਨੀਅਰ ਪਰਸਨ ਨੇ, ਇੰਨੀ ਉਮਰ ਹੰਡਾਲੀ ਇਹਨਾਂ ਨੇ, ਜਦੋਂ ਇਹਨਾਂ ਦੀ ਅੰਦਰ ਇੱਜ਼ਤ ਹੀ ਨਹੀਂ ਕੀਤੀ ਗਈ। ਇਹਨਾਂ ਨੂੰ ਸਗੋਂ ਇਹ ਕਿਹਾ ਗਿਆ ਕਿ ਤੁਸੀਂ 2 ਜਣੇ ਆ ਗਏ ਹੋ ਤੇ ਤੁਹਾਨੂੰ ਐਵੇਂ ਕਿਵੇਂ ਅਲਾਉ ਕਰ ਦਈਏ ਬੱਚਿਆਂ ਨੂੰ ਮਿਲਣ ਲਈ। ਹੁਣ ਅਸੀਂ ਅੰਦਰ ਜੇ ਜਾਂਦੇ ਹਾਂ ਤਾਂ ਹੁਣ ਸਾਡੀ ਵੀ ਤੋਹੀਨ ਆ, ਔਰ ਇਹ ਬੱਚਿਆਂ ਦੇ ਦਿਲ 'ਚ ਵੀ ਕੱਲ੍ਹ ਨੂੰ ਗੱਲ ਆਊਗੀ ਕਿ ਪਤਾ ਨਹੀਂ ਇਹ ਅੰਦਰ ਕੀ ਗੱਲ ਕਰਨ ਚਲੇ ਗਏ ਆ। ਸੋ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਬੱਚਿਆਂ ਨੂੰ ਭਰੋਸਾ ਦਿਵਾਓ, ਇਹਨਾਂ ਨੂੰ ਆਸ਼ਵਾਸਨ ਦਿਓ ਕਿ ਤੁਸੀਂ ਦੁਬਾਰਾ ਇੱਥੇ ਮਾਹੌਲ ਇਹੋ ਜਿਹਾ ਕ੍ਰੀਏਟ ਨਹੀਂ ਕਰੋਗੇ। ਬੱਚਿਆਂ ਨੂੰ ਸਹਿਮਤ ਕਰਕੇ ਇਹਨਾਂ ਦੀ ਅਗਲੀ ਜਿਹੜਾ ਭਵਿੱਖ ਆ ਉਹ ਇਹਨਾਂ ਦਾ ਉਜਵਲ ਕਰਕੇ ਇਹਨਾਂ ਨੂੰ ਇੱਥੋਂ ਤੋਰੋ ਜੀ। ਤਾਂ ਜਸਕਰਨ ਸਿੰਘ ਜੀ, ਆ ਮੇਰੇ ਹੱਥ 'ਚ ਫੜਿਆ ਜਿਹੜਾ ਯੰਤਰ, ਇਹਨੂੰ ਮਾਈਕ ਕਹਿੰਦੇ ਆ, ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਜ਼ਮਾਨਾ। ਇਹ ਜਿਹੜਾ ਸ਼ਹਿਰ ਗੁਰੂ ਹਰਸਾਏ, ਜਿਹੜਾ ਜ਼ਿਲ੍ਹਾ ਫਿਰੋਜ਼ਪੁਰ, ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ, ਬਹੁਤ ਸਾਰਾ ਮੀਡੀਆ ਹੈਗਾ, ਪਰ ਅਸੀਂ ਸਵੇਰ ਦਾ ਦੇਖਿਆ ਵੀ ਆ 1-2 ਅਸੀਂ ਬੰਦੇ ਮੌਜੂਦ ਆ। ਪਤਾ ਨਹੀਂ ਸ਼ਾਇਦ ਅਸੀਂ ਗਲਤ ਹੋਈਏ। ਤੁਹਾਨੂੰ ਕਿੱਦਾਂ ਜਾਪਦਾ ਵੀ ਬਹੁਤਾ ਮੀਡੀਆ ਇੱਥੇ ਨਾ ਆਉਣਾ? ਮੀਡੀਆ ਨੂੰ ਖਬਰ ਚਾਹੀਦੀ ਹੈ, ਚੈਨਲ ਬਹੁਤ ਹੋ ਗਏ, ਖਬਰ ਸਾਨੂੰ ਪੈਦਾ ਕਰਨੀ ਪੈਂਦੀ ਕਈ ਵਾਰੀ, ਪਰ ਇਹ ਤਾਂ ਪੈਦਾ ਹੋਈ ਖਬਰ ਹੈ ਐਡੀ ਵੱਡੀ। ਇਹ ਮਾਮਲਾ ਜੇ ਕੰਟਰੋਲ ਨਹੀਂ ਹੁੰਦਾ, ਜੇ ਮਾਮਲੇ 'ਚ ਤੁਸੀਂ ਆ ਗਏ ਹੋ, ਥਿੰਦ ਸਾਹਿਬ ਆ ਗਏ ਆ, ਕਾਲਜ ਨੇ ਵੀ ਚਲੋ ਆ ਹੁਣ ਐਡਮਿਟ ਕਾਰਡ ਦਿੱਤੇ ਆ, ਜੇ ਇਹ ਸੋਲਵ ਨਹੀਂ ਹੁੰਦਾ, ਇਹ ਇੰਟਰਨੈਸ਼ਨਲ ਇਸ਼ੂ ਬਣ ਜਾਣਾ। ਤੁਹਾਨੂੰ ਵੀ ਪਤਾ, ਕਿਉਂਕਿ ਡਿਸਕ੍ਰਿਮੀਨੇਸ਼ਨ ਦੇ ਇਲਜ਼ਾਮ ਕਾਲਜ ਦੇ ਉੱਤੇ ਲਾਏ ਬੱਚਿਆਂ ਨੇ ਵੀ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ। ਤਾਂ ਮੀਡੀਆ ਕਿੱਥੇ ਗਾਇਬ ਰਹਿ ਗਿਆ? ਤੁਹਾਨੂੰ ਕੀ ਲੱਗਦਾ? ਇਹ ਜਿਹੜਾ ਯੂਨੀਵਰਸਿਟੀ ਹੈ ਬਾਬਾ ਫਰੀਦ ਯੂਨੀਵਰਸਿਟੀ, ਉਸ ਨੂੰ ਇਹਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਸੀ। ਉਹਨੇ ਲਿਆ ਹੀ ਨਹੀਂ ਗਾ। ਇਨਸਪੈਕਸ਼ਨ ਜਦੋਂ ਹੁੰਦੀ ਹੈ ਇੱਥੇ, ਇਨਸਪੈਕਸ਼ਨ ਵੇਲੇ ਉਹਨਾਂ ਨੇ ਇਹ ਦੇਖਿਆ ਵੀ ਜਿੰਨੇ ਸਬਜੈਕਟ ਆ ਉਹਦੇ ਟੀਚਰ ਪੂਰੇ ਆ, ਇੱਥੇ ਮੈਸ ਠੀਕ ਹੈ, ਇੱਥੋਂ ਦੇ ਬਾਥਰੂਮ ਠੀਕ ਹੈ, ਇੱਥੋਂ ਦੇ ਜਿਹੜੇ ਕਲਾਸਰੂਮ ਹੈ ਜਾਂ ਕਾਨਫਰੰਸ ਹਾਲ ਹੈ ਉਹ ਠੀਕ ਹੈ, ਪਰ ਉਹਨਾਂ ਨੇ ਕੁਝ ਦੇਖਿਆ ਹੀ ਨਹੀਂ। ਇਹ ਬੱਚੇ ਕਰਲਾ ਕੇ ਕਹਿ ਰਹੇ ਕਿ ਇੱਥੇ ਟੀਚਰ ਹੀ ਨਹੀਂ, ਕੋਈ ਟੀਚਰ ਹੀ ਹੈ ਨਹੀਂ ਹੈ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਨਹੀਂ ਕਹਿ ਰਹੇ, ਜਿਹੜੀ ਉੱਥੇ 24 ਘੰਟੇ ਰਹਿੰਦੇ ਤੇ ਪੜ੍ਹਦੇ ਆ ਤੇ ਉਹੀ ਕਹਿ ਰਹੇ ਵਿਤਕਰਾ ਹੋ ਰਿਹਾ। ਅਸੀਂ ਕਹਿੰਦੇ ਵਿਤਕਰਾ ਨਹੀਂ ਹੋਣਾ ਚਾਹੀਦਾ। ਜਿਹੜਾ ਮੀਡੀਆ ਹੈ, ਹੁਣ ਤੁਸੀਂ ਦੱਸੋ, ਜੇ ਕਿਤੇ ਇੱਥੇ ਮੋਦੀ ਨੇ ਆਉਣਾ ਹੁੰਦਾ ਤੇ ਪੰਜਾਬ ਦੇ ਵਿੱਚੋਂ ਫਿਰੋਜ਼ਪੁਰ ਦੀ ਗੱਡੀ ਵਾਪਸ ਮੋੜ ਦਿੱਤੀ ਜਾਂਦੀ ਤੇ ਉਹ ਕਹਿੰਦੇ ਸੀ ਇਹ ਸਰਹੱਦੀ ਜ਼ਿਲ੍ਹਾ ਹੈ, ਮੋਦੀ ਸਾਹਿਬ ਨੂੰ ਖਤਰਾ ਸੀ। ਇੱਥੇ ਜੀ ਨਿਊਜ਼ ਵੀ ਆ ਜਾਣਾ ਸੀ, ਇੱਥੇ ਨਵ ਭਾਰਤ ਵੀ ਆ ਜਾਣਾ ਸੀ, ਇੱਥੇ ਅੱਜ ਤੱਕ ਵੀ ਆ ਜਾਣਾ ਸੀ, ਇੱਥੇ ਸਾਰੇ ਪੇਪਰ ਆ ਜਾਣੇ ਸੀ। ਹੁਣ ਤੁਸੀਂ ਜਦੋਂ ਮੀਡੀਆ ਦਾ ਕੰਮ ਹੈ ਪਾਰਦਰਸ਼ੀ ਗੱਲ ਕਰਨੀ, ਤੁਸੀਂ ਸਾਡੀ ਗੱਲ ਸੁਣੀ ਜਾਂਦੇ ਹੋ। ਜੇ ਅਸੀਂ ਗਲਤ ਹੈ ਅਸੀਂ ਜਵਾਬਦੇ ਹਾਂ, ਜੇ ਕਾਲਜ ਤੇ ਇਲਜ਼ਾਮ ਲਾਉਣੇ ਆ ਫਿਰ ਵੀ ਅਸੀਂ ਜਵਾਬਦੇ ਹਾਂ। ਤੇ ਕਾਲਜ ਦੇ ਨੁਮਾਇੰਦਾ, ਕਾਲਜ ਦਾ ਮਾਲਕ, ਕਾਲਜ ਦੀ ਪ੍ਰਿੰਸੀਪਲ, ਕਾਲਜ ਦੀ CEO ਇੱਥੇ ਆ ਕੇ ਆਪਣਾ ਪੱਖ ਰੱਖ ਸਕਦੀ ਸੀ, ਪਰ ਉਹ ਆ ਹੀ ਨਹੀਂ ਰਹੇ। ਜਿਹੜਾ ਇੱਥੋਂ ਦਾ ਮੀਡੀਆ ਹੈ, ਉਹ ਮੀਡੀਆ ਨੇ ਇੱਥੇ ਨਾ ਆ ਕੇ ਆਪਣੀ ਕ੍ਰੈਡੀਬਿਲਿਟੀ ਘਟਾ ਲਈ ਹੈ, ਆਪਣੀ ਜਿਹੜੀ ਇੱਜ਼ਤ ਹੁੰਦੀ ਹੈ ਉਹ ਘਟਾ ਲਈ ਹੈ। ਇਸ ਮੀਡੀਆ ਨੂੰ ਹੋਣਾ ਚਾਹੀਦਾ ਸੀ। ਅਸੀਂ ਤਾਂ ਭਰਾਵੋ, ਜੇ ਤੁਸੀਂ ਨਾ ਹੁੰਦੇ ਤੇ ਤਾਂ ਖਬਰ ਇੱਥੇ ਰਹਿ ਜਾਂਦੀ, ਤੁਸੀਂ ਨਾ ਆਉਂਦੇ। ਹਾਂ ਇਦਾਂ ਹੋਇਆ, ਚੁੱਪ ਕਰਕੇ ਇੱਥੇ ਬੈਠ ਰਹਿੰਦੇ। ਇਹ ਤਾਂ ਪਤਾ ਨਹੀਂ ਮਹਾਰਾਜ ਨੇ ਤੁਹਾਡੇ 'ਚ ਕੀ ਬਾਲ ਹੈ। ਪੰਜਾਬ ਆਇਆ, ਤੁਸੀਂ ਫਰਜ਼ ਨਿਭਾਇਆ। ਰਾਤ ਨੂੰ ਕਦੇ ਮੀਡੀਆ ਵੇਖਿਆ ਜੀ? ਤੁਸੀਂ ਦੱਸੋ, ਇੱਥੇ ਤੁਸੀਂ ਤਾਂ ਆਏ ਹੋ, ਇਹ ਸਾਡੀਆਂ ਧੀਆਂ, ਸਾਡੀਆਂ ਭੈਣਾਂ। ਮੈਨੂੰ ਇਹ ਦੱਸੋ ਵੀ ਹੁਣ ਕਿੱਥੋਂ ਆ ਗਏ, ਕਿੱਧਰ ਦੀ ਆ ਗਏ, ਕਿਵੇਂ ਆ ਗਏ? ਤੇ ਫਿਰ ਜਿਹੜੇ 2 ਬੱਚੇ ਪੇਪਰ ਨਹੀਂ ਦੇ ਸਕਦੇ, ਇਹਨਾਂ ਦੀ ਜਵਾਬਦੇਹੀ ਕੀ ਹੈ? ਇਹਨਾਂ ਨੂੰ ਕੰਪਲਸੇਸ਼ਨ ਦਿਓਗੇ? ਜਿਹੜੇ ਬੰਦੇ ਇਹਨਾਂ ਨੇ ਆਪਣੀ ਪੜ੍ਹਾਈ ਕੀਤੀ, ਮਾਂ ਪਿਓ ਨੇ ਆਪਣੀਆਂ ਧੀਆਂ ਨੂੰ ਆਪਦੇ ਘਰਾਂ ਤੋਂ ਬਾਹਰ ਛੱਡਿਆ ਤੇ ਆਪਦੀ ਕਿਰਤ ਕਰਕੇ ਇਹਨਾਂ ਨੇ ਕਮਾਈ ਨਾਲ ਪੈਸਾ ਭੇਜਿਆ, ਇਹਨਾਂ ਨੇ ਕਿਹੜਾ ਫ੍ਰੀ ਪੜ੍ਹਾਈ ਕੀਤੀ ਹੈ? ਇਸ ਕਰਕੇ ਲੱਖ ਤੋਂ ਉੱਤੇ ਇਹਨਾਂ ਦੀ 1 ਸਾਲ ਦੀ ਫੀਸ ਹੈ ਤੇ ਪੜਾਉਣ ਵਾਲਾ ਮਾਸਟਰ ਕੋਈ ਹੈ ਨਹੀਂ। ਉਹ ਬੇਟੀ ਬੋਲਦੀ, ਕਹਿੰਦੀ ਸਾਨੂੰ ਕਹਿੰਦੇ ਵੀ YouTube ਤੋਂ ਵੀਡੀਓ ਦੇਖ ਲਓ, ਇੱਕ ਕਮਰੇ ਕਹਿੰਦੇ ਸਾਰਿਆਂ ਨੂੰ ਭਾਂਦੇ ਆ, ਗਾਰਡ ਆਉਂਦਾ, ਮੋਬਾਈਲ ਜੇਬ ਵਿੱਚ ਪਾਇਆ ਹੁੰਦਾ, ਵੀਡੀਓ ਕਾਲ ਲੱਗੀ ਹੁੰਦੀ, ਕੌਣ ਕੀ ਕਰਦਾ। ਇਸ ਕੰਮ ਦਾ ਕਾਲਜ ਹੈ। ਹੋਰ ਜੀ, ਮੈਨੂੰ ਤਾਂ ਲੱਗਦਾ ਵੀ ਇਹ ਸਾਰੇ ਪੰਜਾਬ 'ਚ ਹੀ ਹਾਲ ਹੈ। ਕਹਿੰਦੇ ਪੜ੍ਹਾਈ ਬੜੀ ਵਧੀਆ, ਚਲੋ ਬਠਿੰਡੇ ਲੋਕੀ ਸਾਰੇ ਪ੍ਰਾਈਵੇਟ ਪੜ੍ਹਦੇ, ਸਾਰੇ ਡੰਮੀ ਐਡਮਿਸ਼ਨਾਂ ਹੋ ਰਹੀਆਂ, ਚਲੋ ਮੈਂ ਸਾਰੇ ਕਾਲਜ ਵਿਖਾ ਦਿੰਦਾ। ਇਸ ਕਰਕੇ ਜਿਹੜੇ ਗੱਲ ਹੈ, ਜਿਹੜੇ ਤਾਂ ਬੱਚੇ ਪੜ੍ਹਨ ਵਾਲੇ ਸੀ, ਜਦੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਉਹ ਹੁਣ ਕੋਈ ਅਮਰੀਕਾ ਜਾ ਰਿਹਾ, ਕੋਈ ਕੈਨੇਡਾ ਜਾ ਰਿਹਾ। ਇਹ ਬੜੀ ਪਾਲਿਸੀ ਦੇ ਨਾਲ ਕਸ਼ਮੀਰ ਦੇ ਵਿੱਚ ਵੀ ਘਰ ਖਾਲੀ ਹੋਏ ਪਏ ਆ, ਪੰਜਾਬ ਦੇ ਵਿੱਚ ਸਾਡੇ ਨੌਜਵਾਨ, ਕੋਈ ਕੈਨੇਡਾ ਨਿਕਲ ਗਿਆ, ਕੋਈ ਕਰਕੇ 48 ਲੱਖ ਬੇਰੁਜ਼ਗਾਰ ਨੌਜਵਾਨ ਫਿਰਦਾ, ਹਰਲਲ ਕਰਦਾ, ਕਿਸੇ ਪਾਸੇ ਕਿਸੇ ਦੀ ਸੁਣੀ ਨਹੀਂ ਜਾ ਰਹੀ। ਦੂਜੇ ਪਾਸੇ ਨਸ਼ਿਆਂ ਦਾ ਪੂਰੀ ਭਰਮਾਰ ਹੈ 24 ਘੰਟੇ।
ਤੇ ਕਿਸੇ ਨੇ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ। ਇਸ ਕਰਕੇ ਇਹ ਜਿਹੜਾ ਕਾਲਜ ਹੈ ਇਹਦੀ ਕਾਲਜ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹਦੇ ਵਿੱਚ ਹੋਰ ਕੁਝ ਵੀ ਬਹੁਤ ਕੁਝ ਹੋਊਗਾ। ਸਾਡੀ ਟੀਮ ਜਿਹੜੀ ਇੱਥੇ ਲੱਗੀ ਹੋਈ ਹੈ, ਹੁਣ ਇਹਦੀ ਰਤੀ ਇਹਦੀ ਅਸੀਂ ਸਰਚ ਕਰਾਂਗੇ ਵੀ ਕਿਹੜੇ ਥਾਂ ਤੇ ਕਿਵੇਂ ਹੋ ਰਹੇ ਹੈ। ਤੇ ਇੱਕ ਇਹ ਵੀ ਅਸੀਂ ਸਰਚ ਕਰਾਂਗੇ ਇੱਥੇ ਪ੍ਰੈਸ ਆਈ ਕਿਉਂ ਨਹੀਂ, ਪ੍ਰੈਸ ਨੂੰ ਕੀ ਲਾਲਚ ਇਹਨਾਂ ਨੇ ਦਿੱਤਾ, ਕਿਉਂ ਨਹੀਂ ਆਈ, ਕੀ ਕਾਰਨ ਹੈ। ਇਹ ਸਾਰਾ ਅਸੀਂ ਇਹਦਾ ਕੱਟੀ ਲਾਜ਼ਮੀ ਕੱਢਾਂਗੇ। ਪਰ ਲੋਕਾਂ ਦੇ ਇਕੱਠ ਦੇ ਨਾਲ, ਬੀਬੀਆਂ ਦੇ ਇਕੱਠ ਦੇ ਨਾਲ ਜਿਹੜੇ ਇੱਕ ਤਾਂ ਸਾਡੀ ਸਮਝ ਲਓ ਪ੍ਰਾਪਤੀ ਹੋ ਗਈ ਹੈ ਕਿ ਅਸੀਂ ਜਮਹੂਰੀ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਅਸੀਂ ਇਹ ਧਰਨਾ ਦਿੱਤਾ ਸੀ, ਆਪਣਾ ਪੱਖ ਰੱਖਿਆ ਸੀਗਾ ਤੇ ਤੁਸੀਂ ਸਾਡੀ ਪੱਖ ਪੂਰੇ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਇਆ। ਸਾਰੇ ਬੀਬੀਆਂ ਦੇ ਕਾਰਡ ਆ ਗਏ ਆ। ਪਰ ਹੁਣ ਬੀਬੀਆਂ ਜਿਵੇਂ ਚਾਹਣਗੀਆਂ, ਸਾਡੇ ਬੱਚੇ ਚਾਹਣਗੇ, ਅਸੀਂ ਤਾਂ ਯਾਰ ਉਹਨਾਂ ਦੇ ਨਾਲ ਆ, ਬਸ ਸਿੱਧੀ ਜੀ ਗੱਲ। ਤਾਂ ਜਿੱਦਾਂ ਹੁਣ ਤੁਸੀਂ ਆ ਧਰਨਾ ਲਾਇਆ ਨਾ, ਰਾਤ ਨੂੰ 12 ਵਜ ਗਏ ਆ, ਐਂ ਹੀ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਬੜੇ ਮਿਹਨਤੀ ਬੰਦੇ ਆ, ਬਹੁਤੇ ਤਕਰੀਬਨ ਮਿਹਨਤੀ ਸੀ, ਇੰਚ ਕੋਈ ਦੋ ਰਾਏ ਨਹੀਂ। ਭਗਵੰਤ ਮਾਨ ਨੇ ਬੜੀ ਮਿਹਨਤ ਕੀਤੀ, ਪਹਿਲਾਂ ਕੈਸਟਾਂ ਕੱਢੀਆਂ, ਬੜੇ ਹਾਸੇ ਹੁਸੇ ਪਾਉਂਦਾ ਰਿਹਾ, ਚੁਟਕਲੇ ਸੁਣਾਉਂਦਾ ਹੁੰਦਾ ਸੀ। ਉਹ ਮਹਾਰਾਜ ਨੇ ਕਿਰਪਾ ਕੀਤੀ, ਟੁੱਲ ਲੱਗ ਗਿਆ, ਮੁੱਖ ਮੰਤਰੀ ਬਣ ਗਿਆ ਸਾਡਾ। ਤਾਂ ਉਹ ਸਰਕਾਰ ਜਿਹੜੀ ਬੜੀ ਮਿਹਨਤੀ ਹੋਣ ਦਾ ਦਾਅਵਾ ਕਰਦੀ ਆ, ਆਮ ਹੋਣ ਦਾ ਦਾਅਵਾ ਕਰਦੀ, ਬਦਲਾਅ ਦਾ ਦਾਅਵਾ ਕਰਦੀ ਆ, ਐਡਾ ਵੱਡਾ ਧੱਕਾ ਕਸ਼ਮੀਰ ਦੇ ਵਿਦਿਆਰਥੀ ਆ, ਹੈ ਨਾ, ਦੂਜਾ ਦਿਨ ਚੜ੍ਹ ਜਾਂਦਾ ਉੱਥੇ ਜਾਣਾ ਹੋਵੇ ਤੇ ਇਹਨਾਂ ਦਾ ਧੱਕਾ ਹੋ ਰਿਹਾ। ਆ ਲੋਕਲ ਬੈਠੇ ਵਿਧਾਇਕ ਨਹੀਂ ਆਏ, ਉਹਨਾਂ ਦੇ MC ਦੇ ਜਿਹੜੇ ਟਿਕਟਾਂ ਦੇ ਲੜੇ ਨੁਮਾਇੰਦੇ ਉਹ ਨਹੀਂ ਆਏ, ਕੋਈ ਸਰਪੰਚ ਪੰਚ ਨਹੀਂ ਆਇਆ ਜਿਨ੍ਹਾਂ ਨੇ ਵੱਡੇ ਵੱਡੇ ਬੋਰਡ ਲਾਏ, ਕੋਈ ਨਹੀਂ ਆਇਆ। ਹੁਣ ਇਹ ਅਕਾਲੀ ਦਲ ਦੇ ਬੱਚੇ ਤਾਂ ਹੈ ਨਹੀਂ, ਤੇ ਨਾ ਹੀ ਮਾਨ ਦਲ ਦੇ, ਨਾ ਹੀ ਕਾਂਗਰਸੀ ਹੈ, ਇਹ ਵੀ ਨਾਗਰਿਕ ਨੇ ਇਸ ਮੁਲਕ ਦੇ। ਆ ਮਲੋਟ ਦਾ ਮੁੰਡਾ ਪੰਜਾਬ ਦਾ ਨਾਗਰਿਕ ਹੈ, ਉਹ ਮੁੰਡਾ UP ਦਾ, ਭਾਰਤ ਦੇ ਨਾਗਰਿਕ, ਤੇ ਕਿਉਂ ਨਹੀਂ ਇਹਨਾਂ ਕੋਲ ਕੋਈ ਬੋਰਡ ਆ? ਉਹਨਾਂ ਦੀ ਜਿਹੜੀ ਕਿਰਪਾ ਕੀਤੀ, ਅਸੀਂ ਬੈਠੇ ਤਾਂ ਹੈ ਸੜਕਾਂ ਤੇ। ਜਿਹੜੇ ਲੋਕਾਂ ਨੇ ਵੋਟਾਂ ਪਾਈਆਂ, ਵੋਟਾਂ ਪਾ ਕੇ ਸਾਨੂੰ ਤਾਂ ਸੜਕਾਂ ਤੇ ਬਿਠਾਤਾ ਨਾ, ਬੱਚਿਆਂ ਨੂੰ ਸੜਕਾਂ ਤੇ ਬਿਠਾਤਾ। ਹੁਣ ਤੁਸੀਂ ਦੱਸੋ, ਜਿਹੜਾ ਇੱਥੋਂ ਦਾ ਮਿਨਿਸਟਰ ਹੈ ਉਹਨੇ ਤਦ ਆਉਣਾ ਸੀ ਜੇ ਇੱਥੇ ਕੋਈ ਲੈਣ ਦੇਣ ਹੁੰਦਾ। ਤੁਸੀਂ ਚੌਪੜਿਆਂ ਦੇ ਤਾਂ ਵੇਖਿਆ ਕੀ ਹਾਲ ਹੋਇਆ, ਕੀ ਕੁਛ ਹੋਇਆ ਹੈ। ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਸਾਡੀ ਸਰਕਾਰ 'ਚ ਭ੍ਰਿਸ਼ਟਾਚਾਰ ਵਾਲਾ ਵਰਕਾ ਪੱਟ ਦਿਓ, ਉਹਦਾ ਸਾਹਮਣੇ ਆ ਗਿਆ, ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋਇਆ। ਕਾਰਨ ਕੀ ਹੈ? ਇਹ ਸਾਰਾ ਕੁਝ ਸੋਚਣਾ ਚਾਹੀਦਾ ਹੈ। ਇਹ ਜਿੱਥੇ ਆ ਸੜਕਾਂ ਤੇ ਬੈਠਣ ਵਾਲੇ, ਅਸੀਂ ਤਾਂ ਲੜਾਈ ਲੜ ਰਹੇ ਹਾਂ, ਪਰ ਲੋਕਾਂ ਦਾ ਵੀ ਕਸੂਰ ਹੈ। ਲੋਕਾਂ ਨੇ ਦੋ ਸੋਚਾਂ ਚੱਲਦੀਆਂ, ਇੱਕ ਦਿੱਲੀ ਦੀ ਸੋਚ ਹੈ। ਹੁਣ ਕੇਜਰੀਵਾਲ ਦਾ ਵੀ ਦਿੱਲੀ ਦਾ ਯਾਰ ਹੈ, ਕਾਂਗਰਸੀ ਵੀ ਦਿੱਲੀ ਦੇ ਯਾਰ ਹੈ, BJP RSS ਵੀ ਦਿੱਲੀ ਦਾ ਯਾਰ ਹੈ। ਦਿੱਲੀ ਦੇ ਯਾਰ ਤਾਂ ਆਪਣੇ ਘਰਾਂ 'ਚ ਬੈਠੇ ਆ, ਜਿਹੜੇ ਪੰਜਾਬ ਦੇ ਯਾਰ ਆ ਸੜਕਾਂ ਤੇ ਬੈਠੇ ਆ, ਇੱਥੇ ਬੈਠੇ ਆ। ਇਸ ਕਰਕੇ ਜੇ ਕਿਤੇ ਪੰਜਾਬ ਦੇ ਦੋਸਤਾਂ ਦੀ, ਯਾਰਾਂ ਦੀ, ਤੇ ਪੰਜਾਬ ਦੇ ਯਾਰ ਦੀ, ਮੀਡੀਆ ਵਾਲੇ ਸਾਰੇ, ਉਹਨਾਂ ਦੀ ਗੱਲ ਕਿਤੇ ਲੋਕਾਂ ਨੇ ਸੁਣੀ ਹੁੰਦੀ ਨਾ, ਇਹ ਸਾਡੀਆਂ ਧੀਆਂ ਸੜਕਾਂ ਤੇ ਨਹੀਂ ਬੈਠੀਆਂ ਹੋਣੀਆਂ ਜੀ। ਸੜਕਾਂ ਤੇ ਬਿਠਾਉਣ ਦੇ ਵਿੱਚ ਜਿੱਥੇ ਕਾਲਜ ਵਾਲਿਆਂ ਦਾ ਰੋਲ ਹੈ ਨਾ, ਤੇ ਉੱਥੇ ਸਾਡੇ ਲੋਕਾਂ ਦਾ ਵੀ ਰੋਲ ਹੈ। ਉਹਨਾਂ ਕਰਕੇ ਵੀ ਅਸੀਂ ਬੈਠੇ ਹਾਂ। ਜੇ ਆਪਦੇ ਨੁਮਾਇੰਦੇ ਚੰਗੇ ਚੁਣ ਕੇ ਭੇਜੇ ਹੁੰਦੇ, ਹਿੰਦ ਸਾਹਿਬ ਸੀ ਇੱਥੇ, ਤੇ ਜੇ ਭਾਈ ਲਾਉਣੀ ਦਾ ਮੋਹਰ ਹੀ ਸੀ ਜਿਹਦੇ ਤੇ ਲਾ ਦਿੰਦੇ, ਤੇ ਅੱਜ ਨੂੰ ਪਤਾ ਕੀ ਆ, ਹਿੰਦ ਸਾਹਿਬ ਨੇ ਉਹ ਦਫ਼ਤਰ 'ਚ ਬੁਲਾਉਣਾ ਸੀ ਵੀ ਨਹੀਂ ਤਾਂ ਭਾਈ ਯੂਨੀਵਰਸਿਟੀ 'ਚੋਂ ਦੱਸੋ ਤੁਸੀਂ ਕਾਲਜ ਦਾ ਲਾਇਸੈਂਸ ਲੈਣਾ ਕਿ ਨਹੀਂ ਲੈਣਾ। ਇਹਦੇ ਕੋਲੇ ਪਾਵਰ ਆ ਜਾਣੀ ਸੀ, ਵਿਧਾਨਕ ਪਾਵਰ ਦੇ ਨਾਲ ਇਹਨਾਂ ਨੇ ਇਹਨੂੰ ਪੁੱਛ ਲੈਣਾ ਸੀ। ਇਸ ਕਰਕੇ ਅਸੀਂ ਫੇਰ ਵੀ ਬਿਨਾਂ ਵਿਧਾਨਕ ਪਾਵਰ ਤੋਂ ਲੋਕਾਂ ਦੀ ਪਾਵਰ ਦੇ ਨਾਲ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਹਾਂ ਜੀ। ਥਿੰਦ ਸਾਹਿਬ, ਇੱਕ ਮੈਂ ਤੁਹਾਨੂੰ ਪੁੱਛਦਾ, ਮਤਲਬ ਪੁਲਿਸ ਵੀ ਪੰਜਾਬ ਦੀ ਜਿਹੜੀ ਹੈ ਦਾਅਵਾ ਕਰਦੀ ਹੈ, ਉਹਦਾ ਬਦਲੀਆਂ ਬੜੀਆਂ ਹੋ ਗਈਆਂ, ਉਹਨੀਆਂ ਬਦਲੀਆਂ ਪਿਛਲੇ 10 ਸਾਲਾਂ 'ਚ ਨਹੀਂ ਹੋਈਆਂ, ਜਿਹੜੀਆਂ ਪਿਛਲੇ 6 ਮਹੀਨਿਆਂ 'ਚ ਹੋ ਗਈਆਂ। ਤਾਂ ਪੁਲਿਸ ਦਾ ਰਵੱਈਆ ਇਸ ਪੂਰੇ ਮਾਮਲੇ ਦੇ ਵਿੱਚ ਕੀ ਰਿਹਾ? ਕਿਉਂਕਿ ਮੈਂ ਜਿੰਨਾ ਕਿ ਦੇਖ ਰਿਹਾ, ਪੁਲਿਸ ਸਵੇਰ ਦੀ ਸਿਰਫ ਪਹਿਰੇਦਾਰੀ ਕਰ ਰਹੀ ਹੈ, ਉਹ ਜ਼ਰੂਰੀ ਹੈ ਬਿਲਕੁਲ, ਪਰ ਸਿਰਫ ਪਹਿਰੇਦਾਰੀ ਨਹੀਂ, ਬਲਕਿ ਇਹਨਾਂ ਦਾ ਕੋਆਰਡੀਨੇਸ਼ਨ ਕਰਵਾਉਣੀ ਕਾਲਜ ਦੇ ਨਾਲ ਵੀ ਤੁਹਾਡੀ ਮੰਗ ਕੀ ਹੈ, ਕਾਲਜ ਤੁਹਾਨੂੰ ਦਿੰਦਾ ਕੀ, ਤੁਸੀਂ ਮੰਗਦੇ ਕੀ ਹੋ, ਇਹ ਚੀਜ਼ ਕਰਵਾ ਰਹੀ ਹੈ ਜਾਂ ਸਿਰਫ ਦੇਖ ਹੀ ਰਹੀ? ਕਿਉਂਕਿ ਇੱਥੇ ਮੁੰਡਿਆਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਵੀ ਜਿਹੜੇ ਇੱਥੋਂ ਦੇ ਲੋਕਲ ਜਿਹੜੇ ਪੁਲਿਸ ਅਫਸਰ ਆ, ਉਹਨਾਂ ਨੂੰ ਕਹਿੰਦੇ ਸੀ ਵੀ ਹਿਸਾਬ ਲਾ ਲਓ, ਮੈਂ ਜਾਣਦਾ ਨਾ ਕੀ ਕਰ ਦੂੰ ਮੈਂ। ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਵੀ ਬੜੀ ਜਿਹੜੀ ਆ ਉਹ ਭੱਦੀ ਜੀ ਗੱਲ ਜੰਮੂ ਕਸ਼ਮੀਰ ਦੇ ਵਸਨੀਕਾਂ ਬਾਰੇ ਕੀਤੀ। ਹਾਂ ਬਿਲਕੁਲ, ਦੇਖੋ ਪੁਲਿਸ ਦਾ ਰਵੱਈਆ ਜਿਹੜਾ ਵਾ ਸੌਫਟ ਤਾਂ ਜ਼ਰੂਰ ਰਿਹਾ, ਇਹ ਨਹੀਂ ਕਿ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ ਜਾਂ ਕਿਸੇ ਨਾਲ, ਪਰ ਇੱਕ ਇੱਦਾਂ ਲੱਗਾ ਵੀ ਜਿਵੇਂ ਇੱਥੇ ਦੂਜੇ ਨਾਰਮਲ ਗਾਰਡ ਖੜੇ ਹੁੰਦੇ ਨਾ, ਸਿਕਿਉਰਿਟੀ ਗਾਰਡ ਕਾਲਜ ਦੇ, ਉੱਦਾਂ ਹੀ ਪੁਲਿਸ ਖੜੀ ਰਹੀ ਆ। ਜਦ ਕਿ ਪੁਲਿਸ ਦਾ ਫਰਜ਼ ਬਣਦਾ ਸੀ, ਜਦੋਂ ਤੁਸੀਂ ਦੇਖਿਆ ਵੀ ਬੱਚੀਆਂ ਬੇਹੋਸ਼ ਹੋਈਆਂ, ਪੁਲਿਸ ਦਾ ਫਰਜ਼ ਬਣਦਾ ਸੀ ਕਿ ਇਮੀਡੀਏਟਲੀ ਪ੍ਰਸ਼ਾਸਨ ਨਾਲ ਗੱਲ ਕਰਦੇ, ਉੱਪਰ ਐਂਬੂਲੈਂਸ ਬੁਲਾਉਂਦੇ। ਅਸੀਂ ਖੁਦ ਕਾਲ ਕਰਕੇ ਐਂਬੂਲੈਂਸ ਬੁਲਾ ਰਹੇ ਹਾਂ, ਪੁਲਿਸ ਦੇਖ ਰਹੀ ਆ ਤਮਾਸ਼ਾ। ਸ਼ਾਮ ਨੂੰ ਹੁਣ ਇੱਥੇ SHO ਸਾਹਿਬ ਨਾਲ ਗੱਲਬਾਤ ਹੋਈ, ਮੈਨੂੰ ਨਹੀਂ ਪਤਾ ਉਸ ਸਮੇਂ ਕਿਸ ਹਾਲਤ ਦੇ ਵਿੱਚ ਸੀ, ਸ਼ਾਇਦ ਕਿਉਂਕਿ ਸਵੇਰ ਤੱਕ ਉਹ ਬਿਲਕੁਲ ਠੀਕ ਸੀ, ਸ਼ਾਮ ਨੂੰ ਇੱਕਦਮ ਉਹਨਾਂ ਦਾ ਮੂਡ ਜਿਹੜਾ ਹੈ ਉਹ ਬੱਚਿਆਂ ਪ੍ਰਤੀ ਬੜਾ ਰਿਊਡ ਜਿਹਾ ਹੋ ਗਿਆ। ਮੈਂ SHO ਸਾਹਿਬ ਨਾਲ ਗੱਲ ਕੀਤੀ ਵੀ ਬੱਚੇ ਮੈਨੂੰ ਸ਼ਿਕਾਇਤ ਕਰ ਰਹੇ ਆ, ਇੱਕ ਤਾਂ ਉਹਨਾਂ ਨੂੰ ਹਰਾਸ ਇੱਥੋਂ ਕੀਤਾ ਗਿਆ ਹੈ, ਤੁਸੀਂ ਤਾਂ ਹੌਸਲਾ ਦਿਓ ਇਹਨਾਂ ਨੂੰ, ਤੁਸੀਂ ਕਿਉਂ ਇੱਦਾਂ ਕਰ ਰਹੇ ਹੋ? ਹੁਣ SHO ਸਾਹਿਬ ਕਹਿ ਰਹੇ ਆ ਕਿ ਕਸ਼ਮੀਰ ਕਦੀ ਗਏ ਹੋ? ਮੈਂ ਕਿਹਾ ਜੀ ਅਸੀਂ ਤਾਂ ਜਾ ਕੇ ਆਏ ਹਾਂ। ਕਹਿੰਦੇ ਉੱਥੇ ਦੇਖਿਆ ਇਹ ਕਿਹੋ ਜਿਹੇ ਲੋਕ ਨੇ?
ਮੈਂ ਕਿਹਾ ਹੈਰਾਨ ਆ ਜੀ, ਮਤਲਬ ਇਹ ਜਿਹੋ ਜਿਹੇ ਉਹ ਨੇ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਉਹੋ ਜਿਹੇ ਬਣਾਉਣਾ ਚਾਹੁੰਦੇ ਹੋ। ਅੱਜ ਇਹਨਾਂ ਦੀ ਪੜ੍ਹਾਈ ਲਿਖਾਈ ਖੋਹ ਕੇ ਜੇ ਤੁਸੀਂ ਇਹਨਾਂ ਦੇ ਹੱਥ 'ਚੋਂ ਕਿਤਾਬਾਂ ਖੋਲੋਗੇ ਤੇ ਕੱਲ ਨੂੰ ਇਹ ਕਿੱਥੇ ਜਾਣਗੇ। ਸੋ ਸਮਾਜ ਦੇ ਵਿੱਚ ਜੇ ਰਹਿਣ ਲਾਇਕ ਬਣਾਉਣਾ ਸੀ ਤੇ ਫਰਜ਼ ਸਾਡਾ ਬਣਦਾ ਸੀ, ਪ੍ਰਸ਼ਾਸਨ ਦਾ, ਸਮਾਜ ਦਾ ਬਣਦਾ ਸੀ, ਸਰਕਾਰ ਦਾ ਬਣਦਾ ਸੀ। ਪਰ ਜਿਹੜੇ ਹਾਲਾਤ ਇਹ ਪੈਦਾ ਕਰ ਰਹੇ ਆ, ਮੈਨੂੰ ਨਹੀਂ ਲੱਗਦਾ ਕੋਈ ਬੱਚਾ ਇੱਥੋਂ ਪੜ੍ਹੂਗਾ। ਅੱਜ ਇਹੀ ਹਾਲ ਸਾਡੇ ਪੰਜਾਬ ਦੀ ਨੌਜਵਾਨੀ ਦਾ। ਇੱਥੇ ਸਾਰੇ ਕਾਲਜ ਸਕੂਲ ਜਿਹੜੇ ਐਜੂਕੇਸ਼ਨ ਸਿਸਟਮ ਆ ਉਹ ਬਿਲਕੁਲ ਖ਼ਤਮ ਕਰ ਦਿੱਤਾ ਗਿਆ। ਬੱਚੇ ਜਿਹੜੇ ਇੱਥੇ ਆ ਉਹ ਨਸ਼ਿਆਂ ਦੇ ਵਿੱਚ ਫਿਰ ਕਹਿੰਦੇ ਗੈਂਗਸਟਰ ਬਣਦੇ ਆ। ਜਿਨ੍ਹਾਂ ਕੋਲ ਤਾਂ 4 ਪੈਸੇ, ਕੋਈ ਕਿੱਲਾ 2 ਕਿੱਲੇ ਹੈਗੇ, ਉਹ ਤਾਂ ਬਾਹਰ ਚਲੇ ਜਾਣਗੇ, ਦੂਜੇ ਕੀ ਕਰਨਗੇ। ਸੋ ਉਹੀ ਹਾਲਾਤ ਇਸ ਕਸ਼ਮੀਰੀਆਂ ਦੇ ਹੋ ਰਹੇ ਆ। ਜਸਕਰਨ ਸਿੰਘ ਜੀ ਨੂੰ ਪੁੱਛੋ, ਕਸ਼ਮੀਰ ਗਏ ਆ, ਇਹਨਾਂ ਦੇ ਕਸ਼ਮੀਰਾਂ ਦੇ ਜਿਹੜੇ ਸੇਬਾਂ ਦੇ ਭਰੇ ਟਰੱਕ ਉੱਥੇ 2.5 ਮਹੀਨੇ ਤੋਂ ਰੋਕ ਦਿੱਤੇ। ਉਹ ਸਾਰੇ ਸੇਬ ਜਿਹੜੇ ਟਰੱਕਾਂ ਦੇ ਵਿੱਚ ਗਲ ਗਏ। ਇਹਨਾਂ ਦੀ ਕਿਸਾਨੀ ਤਾਂ ਮਰ ਗਈ। ਔਰ ਇਹਨਾਂ ਦੇ ਮਾਪਿਓ ਅੱਜ ਮੈਨੂੰ ਫੋਨ ਤੇ ਰੋ ਰਹੇ ਆ ਕਿ ਸਾਡੇ ਕੋਲ ਪੈਸਾ ਹੋਰ ਨਹੀਂ ਹੈਗਾ। ਜੇ ਤੁਸੀਂ ਇਹਨਾਂ ਬੱਚਿਆਂ ਨੂੰ ਇੱਥੋਂ ਬਾਹਰ ਲੈ ਕੇ ਜਾ ਰਹੇ ਹੋ ਤੇ ਇਹਨਾਂ ਨੂੰ ਪੈਸਾ ਅਸੀਂ ਕਿੱਥੋਂ ਭੇਜਾਂਗੇ। ਤੁਸੀਂ ਕਾਲਜ ਨਾਲ ਗੱਲ ਕਰ ਲਿਓ ਵੀ ਜਿਹੜੀਆਂ ਫੀਸਾਂ ਨੇ ਇਹ ਉਹ 'ਚੋਂ ਹੀ ਪੈਸਾ ਦੇ ਦੇਣ। ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪੈਸਾ ਨਹੀਂ ਤੁਹਾਨੂੰ ਹੋਰ ਦੇਣ ਦਿੰਦੇ, ਇਹ ਕਾਲਜ ਪ੍ਰਬੰਧ ਕਰੂਗਾ। ਦੇਖੋ ਕਿਵੇਂ ਕੋਈ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਸੇਫਲੀ ਇੱਥੇ ਭੇਜ ਰਿਹਾ। ਤਾਂ ਬੜੀ ਨਮੋਸ਼ੀ ਆਈ ਹੈ ਸਾਨੂੰ ਇਸ ਗੱਲ ਦੀ। ਤਾਂ ਪੰਜਾਬ 'ਚ ਬਹੁਤ ਚੰਗੇ ਵਿੱਦਿਅਕ ਅਦਾਰੇ ਵੀ ਹੈਗੇ ਆ, ਬਹੁਤ ਟੌਪ ਦੇ ਪੰਜਾਬ 'ਚ ਅਜਿਹੇ ਵਿੱਦਿਅਕ ਅਦਾਰੇ ਆ ਜਿਨ੍ਹਾਂ ਦੇ ਜਿਹੜਾ ਅਦਾਰਿਆਂ ਦੇ ਵਿੱਚੋਂ ਪੜ੍ਹ ਕੇ ਜਿਹੜੇ ਨੌਜਵਾਨ ਵੱਡੀਆਂ ਪਦਵੀਆਂ ਤੇ ਪਹੁੰਚੇ, ਵੱਡੇ ਨਾਮੀ ਖਿਡਾਰੀ ਬਣੇ, ਚੰਗੀਆਂ ਸ਼ਖਸੀਅਤਾਂ ਬਣੇ, ਚੰਗੇ ਜਿਹੜਾ ਹੈਗਾ ਉਹ ਜਿਹੜਾ ਗਵਈਏ ਬਣੇ, ਹੈ ਨਾ। ਤਾਂ ਪੰਜਾਬ 'ਚ ਇਸ ਤਰ੍ਹਾਂ ਦੇ ਅਦਾਰੇ ਵੀ ਹੈਗੇ। ਅਸੀਂ ਗੱਲ ਕਰਦੇ ਸੀ, ਬੱਚੀ ਹੈ ਕਸ਼ਮੀਰ ਤੋਂ, ਉਹ ਕਹਿੰਦੀ ਵੀ ਮੇਰੇ ਪਰਿਵਾਰ ਨੇ ਮੈਨੂੰ ਪੰਜਾਬ ਭੇਜਿਆ। ਉਹ ਕਹਿੰਦੇ ਪੰਜਾਬ ਸੇਫ ਹੈ, ਮਤਲਬ ਇੱਥੇ ਬਾਕੀ ਹੋਰ ਕਈ ਰਾਜਾਂ ਵਾਂਗ ਜਿਹੜਾ ਹੈਗਾ ਧੱਕੇਸ਼ਾਹੀ ਨਹੀਂ, ਜਾਂ ਕੁੜੀਆਂ ਦਾ ਘੱਟੋ ਘੱਟ ਸੇਫ ਹੈ। ਪਰ ਇਹ ਕੀ ਹੁਣ ਸੁਨੇਹਾ ਗਿਆ ਹੋਊਗਾ ਇਹਨਾਂ ਦੇ ਕੋਲ ਵੀ ਇਸ ਤਰ੍ਹਾਂ ਦਾ ਸੇਫ ਹੈ ਪੰਜਾਬ ਵੀ ਰਾਤ ਨੂੰ ਤੁਸੀਂ 12 ਵਜੇ ਸੜਕ ਤੇ ਬਹਿ ਜਾਓ, ਹੈ ਨਾ। ਕਿੰਦੀ ਵਜ੍ਹਾ ਕਰਕੇ? ਕਾਲਜ ਦੇ ਘਟੀਆ ਵਤੀਰੇ ਦੀ ਵਜ੍ਹਾ ਕਰਕੇ। ਹਾਂਜੀ ਕਰਨ ਸਕਦਾ ਨਹੀਂ ਭਾਈ ਜਸਵੀਰ ਸਿੰਘ ਜੀ, ਸਹਿਜੇ ਹਿਸਾਬ ਲਾਓ, ਇਹ ਬੀਬੀਆਂ ਨੂੰ ਦਿੱਤੇ ਨਹੀਂ ਰੋਲ ਨੰਬਰ, ਇਹਨਾਂ ਨੇ ਪੜ੍ਹਾਈ ਕੀਤੀ ਹੈ। ਸਾਡੀ ਟੀਮ ਗੱਲ ਕਰਨ ਆਈ, ਇਹਨਾਂ ਨੇ ਗੱਲ ਟੇਬਲ ਤੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ ਤੇ ਸਾਫ਼ ਇਨਕਾਰ ਕਰਤਾ। ਇਹੋ ਜਿਹੇ ਬਹਾਨੇ ਲਾਏ ਕਿ ਜਿਹੜੇ ਕਿ ਪੇਪਰ ਦੇ ਹੀ ਨਾ ਸਕਣ। ਤੇ ਦੂਜੀ ਗੱਲ ਦੱਸੋ ਵੀ ਹੁਣ ਇਹ ਕਾਰਡ ਕੀ ਆ ਗਿਆ। ਉਸ ਤੋਂ ਬਾਅਦ ਸਰਕਾਰ ਹੁੰਦੀ ਹੈ, ਇੱਥੋਂ ਦਾ SDM ਹੈ, ਯਾਨੀ ਕਿ ਸਬ ਡਿਵੀਜ਼ਨ ਦਾ ਮੈਜਿਸਟ੍ਰੇਟ ਹੈ, ਉਹਦੀ ਡਿਊਟੀ ਨਹੀਂ, ਉਹ ਕਿੱਥੇ ਹੈ? ਉਹ ਤਨਖਾਹ ਜਿਹੜੀ ਤੁਹਾਡੇ ਸਾਡੇ ਟੈਕਸਾਂ 'ਚ ਉਹਦੀ ਤਨਖਾਹ ਜਾਂਦੀ ਹੈ। ਕੋਈ ਭਗਵੰਤ ਮਾਨ ਆਪਦੇ ਘਰੋਂ ਤਾਂ ਦਿੰਦਾ ਨਹੀਂ। ਭਗਵੰਤ ਮਾਨ ਤੇ ਵੀ ਜਿਹੜਾ ਜਹਾਜ਼ ਤੇ ਚੜ੍ਹਦਾ ਸਾਡੇ ਟੈਕਸਾਂ ਨਾਲ ਚੜ੍ਹਦਾ। ਇਸ ਕਰਕੇ ਜਿਹੜਾ ਮੰਤਰੀ ਨੂੰ ਗੱਡੀ ਮਿਲੀ ਹੈ ਉਹਦੇ 'ਚ ਤੇਲ ਵੀ ਪੈਂਦਾ, ਉਹਦੇ 'ਚ ਕੁਛ ਪੈਂਦਾ, ਤੁਹਾਡੀ ਟੈਕਸ ਦੀ ਪੈਂਦਾ। ਫਿਰ SDM ਕਿਉਂ ਨਹੀਂ ਆਇਆ? ਉਸ ਤੋਂ ਬਾਅਦ ਇੱਥੋਂ ਡਿਪਟੀ ਕਮਿਸ਼ਨਰ ਦੀ ਡਿਊਟੀ ਨਹੀਂ ਬਣਦੀ। ਮੈਂ ਆਵਾਂ, ਬੱਚਿਆਂ ਦੇ ਭਵਿੱਖ ਦਾ ਮਾਮਲਾ ਹੈ। ਕਸ਼ਮੀਰ ਤੋਂ ਆਈਆਂ ਸਾਡੀਆਂ ਧੀਆਂ ਭੈਣਾਂ ਸੜਕਾਂ 'ਤੇ ਬੈਠੀਆਂ, ਅਸੀਂ ਜਵਾਬ ਕੀ ਦੇਵਾਂਗੇ ਉਸ ਹੈ? ਇਸ ਕਰਕੇ ਇਹ ਸਾਰੀ ਚੋਰ ਕੁੱਤੀ ਰਲੇ ਹੋਏ ਆ। ਇਹਨਾਂ ਨੇ ਕਿਹਾ ਸੀ ਦਬਕਾ ਮਾਰ ਲਓ, ਹੈ ਕਿਹੜਾ ਕਿਸੇ ਨੇ ਸੁਣਨੀ ਹੈ? ਇਹਨਾਂ ਨੇ ਜੋ ਮਰਜ਼ੀ ਕਰੀ ਜਾਓ, ਹੈ। ਇਸ ਕਰਕੇ ਅੱਜ ਮੈਨੂੰ ਦੱਸੋ ਕੋਈ ਨੁਮਾਇੰਦਾ ਇੱਥੇ ਆਇਆ? ਨੁਮਾਇੰਦੇ ਦੀ ਡਿਊਟੀ ਨਹੀਂ ਸੀ ਜੀ, ਬਿਲਕੁਲ, ਹੈ। ਸਾਰਿਆਂ ਦੀ ਇੱਥੇ ਡਿਊਟੀ ਸੀ। ਇਸ ਕਰਕੇ ਇਹ ਪ੍ਰਸ਼ਾਸਨ ਨੇ ਵੀ ਕਤਾਈ ਵਿਖਾਈ ਹੈ ਤੇ ਦੂਜੇ ਪਾਸੇ ਇਸ ਪ੍ਰਬੰਧ ਆ ਜਿਹੜਾ ਇਸ ਕਾਲਜ ਦੇ, ਉਹਨਾਂ ਨੇ ਵੀ ਕਤਾਈ ਵਿਖਾਈ ਹੈ। ਪਰ ਅੱਗੇ ਦੇਖਾਂਗੇ ਸੁਬਾਹ ਕੀ ਹੁੰਦਾ। ਬਿਲਕੁਲ। ਤਾਂ ਅਸੀਂ ਹੁਣ ਤੁਹਾਨੂੰ ਜਾਂਦੇ ਵਿਦਿਆਰਥੀਆਂ ਨਾਲ ਫਿਰ ਮਿਲਾ ਦਿੰਦੇ ਹਾਂ। ਅਸਲ 'ਚ ਹੋਇਆ ਕੀ ਸੀਗਾ, ਜਦੋਂ ਇਹਨਾਂ ਨੂੰ ਐਡਮਿਟ ਕਾਰਡ ਨਹੀਂ ਦਿੱਤੇ ਗਏ ਤਾਂ 2-3 ਵਿਦਿਆਰਥੀਆਂ ਦੀ ਜਿਹੜੀ ਹਾਲਤ ਹੈ ਬਹੁਤ ਖਰਾਬ ਹੋ ਗਈ ਸੀ। ਉਹਨਾਂ ਨੂੰ ਐਂਬੂਲੈਂਸ 'ਚ ਲਿਜਾਇਆ ਗਿਆ। ਤਾਂ ਤੁਸੀਂ ਸੀ ਇੱਕ ਹੋਰ ਸੀ, ਹੁਣ ਤੁਹਾਡੀ ਸਿਹਤ ਠੀਕ ਹੈ? पहले से ठीक है सर। ਹਾਂ, ਪਹਿਲੇ ਤਾਂ ਠੀਕ ਹੈ ਨਾ। ਤਾਂ ਤੁਸੀਂ ਆਪਣਾ ਸਾਰਿਆਂ ਨੇ ਖਿਆਲ ਵੀ ਰੱਖਣਾ। ਬੇਸ਼ੱਕ ਅਸੀਂ ਪੱਤਰਕਾਰੀ ਕਰਦੇ ਹਾਂ, ਅਸੀਂ ਪੰਜਾਬ ਦੇ ਵਸਨੀਕ ਆ। ਪੰਜਾਬ 'ਚ ਬਹੁਤ ਚੰਗੇ ਕਾਲਜ ਵੀ ਹੈਗੇ। ਤੁਹਾਡੇ ਮਾਪਿਓ ਨੇ ਵੀ ਇਹੀ ਸੋਚ ਕੇ ਭੇਜਿਆ ਹੋਊਗਾ ਪੰਜਾਬ ਜਾਓ पढ़ो ਤੁਸੀਂ। ये सर मेरे काफ़ी कज़न्स अदर कॉलेजेस में भी हैं, जैसे आदेश है, फुनेक्स जलंधर में है, उधर भी मेरे कज़न्स पढ़ रहे हैं। तो उनका कॉलेज बहुत अच्छा है। वो तो घर भी नहीं आते, बोलते कि हमारा कॉलेज कितना अच्छा है, और उसके मुकाबले हमें देख लो सर, हमें यहाँ पे। ਤਾਂ ਇਸ ਕਾਲਜ ਦੇ ਪ੍ਰਤੀ ਬਹੁਤ ਰੋਸ ਹੈ ਇਹਨਾਂ ਨੂੰ, ਹੈ ਨਾ, ਸਾਰੇ ਵਿਦਿਆਰਥੀਆਂ ਨੂੰ। ਹਾਂਜੀ, ਤੁਹਾਡਾ ਕੀ ਹਾਲ ਚਾਲ? ਠੀਕ ਹੈ। ਤੁਹਾਡਾ ਤਾਂ ਨਾਮ ਕਹਿੰਦੇ ਗੁੰਡਾ ਹੈ, ਬੰਦਾ ਕਹਿੰਦੇ सर गुंडा ही बोलते हैं मुझे। तो कहते हैं तू यूपी से है, गुंडा है तू। यूपी 'ਚ ਸਾਰੇ ਗੁੰਡੇ ਹੁੰਦੇ ਆ? पता नहीं सर, वो उनको पूछना चाहिए कि यूपी में गुंडे ही पैदा होते हैं क्या बस। ਪਰ ਤੁਸੀਂ ਤਾਂ ਇੱਥੇ ਪੜ੍ਹਨ ਆਏ ਹੋ ਨਾ, ਤੇ ਤੁਹਾਨੂੰ ਇਹ ਇੱਕ ਕਿਤਾਬ ਦੇ ਰਹੇ ਆ। ਤੁਹਾਨੂੰ ਪਤਾ ਜਦੋਂ ਬੰਦਾ ਪੜ੍ਹਦਾ ਹੁੰਦਾ ਨਾ, ਜਿਹੜਾ ਉਦੋਂ ਨਾਮ ਪੈ ਜਾਂਦਾ, ਜਿੱਦਾਂ ਕਿਸੇ ਨੂੰ ਕੋਈ ਪੁੱਠਾ ਨਾਮ ਪੈ ਜਾਂਦਾ, ਉਹ ਸਾਰੀ ਉਮਰ ਉਹੀ ਚੱਲਦਾ। ਫਿਰ ਤੁਹਾਡਾ ਇਸ ਦਾ ਪਕਾ ਰਹੇ ਆ? सर हॉस्टल वाले सभी मुझे गुंडा ही बुलाते हैं, फिर जितने भी हैं। ਸ਼ੁਰੂਆਤ ਕਿੰਨੇ ਕੀਤੀ? सर सीओ मैडम ने। ਅੱਛਾ जी, वो उनको शुरुआत मैडम ने की? जी। अभी बाकी सारे बोलते हैं, कहते हैं तो मैम बोलते हैं तो गुंडा ही है, सभी बोलते हैं। कोई गुंडागर्दी की है? सर कुछ भी नहीं करा ऐसा इधर। कुछ सभी हैं केस सर, कुछ दर्ज हो? मेरे सीनियर्स भी हैं सर, उनको ज़्यादा पता होगा मेरे बारे में, जैसे भी हैं। मैं हूँ इधर।
कोई भी बोल सकता है ऐसा। मेरे ऊपर आज तक कोई है ही नहीं केस वगैरह कुछ भी। ਅੱਛਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੇਖੋ ਹੈ ਤੇ ਗੱਲਾਂ ਬੇਸ਼ੱਕ ਅਸੀਂ ਕਰਦੇ ਕਈ ਹਾਸਾ ਵੀ ਹੁੰਦਾ ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿੰਦੀ ਵਜ੍ਹਾ ਕਰਕੇ ਰਾਤ ਦਾ 12 ਵਜੇ ਦਾ ਸਮਾਂ ਤਾਂ ਇਹ ਵਿਦਿਆਰਥੀ ਜਿਹੜੇ ਆ ਉਹ ਸਾਹਮਣੇ HKL ਜਿਹੜਾ ਉਹ ਗਰੁੱਪ ਦਾ ਕਾਲਜ ਆ ਨਰਸਿੰਗ ਕਾਲਜ ਉਹਦੇ ਸਾਹਮਣੇ ਬੈਠੇ ਹੋਏ ਆ ਤੇ ਸ਼ਰਮਨਾਕ ਵੀ ਗੱਲ ਕਿ ਅੱਧੀ ਰਾਤ ਪੰਜਾਬ ਦੇ ਵਿੱਚ ਗਵਾਂਢੀ ਜਿਹੜਾ ਸੂਬਿਆਂ ਦੀਆਂ ਪੜ੍ਹਨ ਆਈਆਂ ਜਿਹੜੀਆਂ ਧੀਆਂ ਨੇ ਜਾਂ ਉਹਨਾਂ ਦੇ ਪੋਤੇ ਆ ਉਹ ਇੱਥੇ ਸੜਕਾਂ ਤੇ ਬੈਠੇ ਹੋਏ ਆ ਜਿੱਦਾਂ ਜਸਕਰਨ ਸਿੰਘ ਜੀ ਨੇ ਕਿਹਾ ਸੀ ਵੀ ਜੇ ਪੰਜਾਬ ਦੀ ਕੋਈ ਧੀ ਭੈਣ ਸਾਡੀਆਂ ਹੁਣ ਕੈਨੇਡਾ ਅਮਰੀਕਾ 'ਚ ਪੰਜਾਬ ਦੇ ਬਹੁਤ ਨਿਆਣੇ ਨੱਪੇ ਚੱਲ ਗਏ ਆ ਉੱਥੇ ਉਹਨਾਂ ਨੂੰ ਉਹਨਾਂ ਦਾ ਕਾਲਜ ਰਾਤ ਨੂੰ ਕੱਢ ਦੇਵੇ ਹੈ ਨਾ ਜਾਂ ਉਹਨਾਂ ਨੂੰ ਕਹੋ ਵੀ ਜਿਹੜੀ ਤੁਸੀਂ 18-19 ਲੱਖ ਫੀਸ ਦਿੱਤੀ ਆ ਉਹ ਤਾਂ ਠੀਕ ਆ ਪਰ ਤੁਹਾਡੀ ਹਾਜ਼ਰੀ ਘੱਟ ਆ ਤੁਸੀਂ ਬਿਮਾਰ ਹੋ ਗਏ ਸੀ ਤੁਹਾਨੂੰ ਪੇਪਰ ਨਹੀਂ ਦੇਣ ਦੇਣਾ ਤਾਂ ਇੱਥੇ ਮਾਂ ਪਿਓ ਦਾ ਮਰਨ ਹੋ ਜਾਂਦਾ। ਹੁਣ ਉੱਦਾਂ ਹੀ ਇਹਨਾਂ ਦਾ ਵੀ ਆ ਮਾਂ ਪਿਓ ਇਹਨਾਂ ਦੇ ਰੋ ਰਹੇ ਸੀ ਵੀਡੀਓ ਕਾਲ ਆਈ ਸਾਡੇ ਸਾਹਮਣੇ ਕੀ ਦਿਖਾ ਰਹੇ ਸੀ ਉਹ ਕਹਿੰਦੇ ਸੀ ਨਹੀਂ ਪਾਪਾ ਹੁਣ ਅਸੀਂ ਠੀਕ ਆ ਕਿਉਂਕਿ ਇਹਨਾਂ ਦੇ ਨਾਲ ਸਿੱਖ ਲੀਡਰ ਆ ਕੇ ਬਹਿ ਗਏ ਆ ਇਹ ਬੈਠੇ ਆ ਇਹ ਵੀ ਪਰਖ ਦੀ ਘੜੀ ਸੀ। ਬਹੁਤ ਸਾਰੇ ਇੱਥੇ ਉਹ ਨਹੀਂ ਆਏ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਪੰਜਾਬ ਦਾ ਵਾਰਸ ਹਾਂ ਜੀ ਇਹ ਸਾਡਾ ਪੰਜਾਬ ਹੈ ਭਾਉ ਪੰਜਾਬ ਪੰਜਾਬੀਆਂ ਦਾ ਜੀ ਇਹ ਤਾਂ ਅਸੀਂ ਪੰਜਾਬ ਦੇ ਕੈਪਟਨ ਆ ਫਲਾਣਾ ਆ ਟਮਕਾਣਾ ਆ। ਬਹੁਤ ਲੀਡਰ ਨੇ ਇਹ ਲੀਡਰਾਂ ਦਾ ਇਲਾਕਾ ਹੀ ਇਹ ਖੈਰ 4-4 5-5 ਵਾਰੀ ਲਗਾਤਾਰ ਜਿਹੜੇ ਜਿੱਤੇ ਹੋਏ ਵਿਧਾਇਕ ਇਸ ਇਲਾਕੇ ਦੇ ਆ ਉਹ ਕੋਈ ਨਹੀਂ ਆਇਆ। ਤਾਂ ਤੁਹਾਡੇ ਮਾਂ ਪਿਓ ਤੁਹਾਡੀ ਫਿਕਰ ਕਰਦੇ ਹੈਗੇ ਮਾਂ ਬਾਪ ਤੁਹਾਡੀ ਫਿਕਰ ਕਰਦੇ ਹੋਣੇ ਵੀ ਤੁਸੀਂ ਹੁਣ पेपर दे सकोगे या नहीं दे सकोगे? सर फिक्र तो है ही सर। मैं घर में एक ही लड़का हूँ, 2 बहनें मेरे को और मम्मी है, फादर नहीं है मेरे। अच्छा। तो सर मैंने घर वालों को कोई बात ही नहीं बताई थी ऐसी कि हमारे एग्ज़ाम होंगे कि नहीं। तो हम दिन को मम्मी ने 2 कॉल्स की थी क्या कर रहा है तो मैंने बोला कुछ नहीं मैं कॉलेज आया हूँ। तो मैंने कोई बात नहीं घर वालों को बताई क्योंकि घर वालों को टेंशन रहती है क्योंकि हम घर से बाहर हैं तो घर वालों को तो टेंशन रहेगी क्योंकि हर जो भी लड़का बाहर है तो माँ बाप है तो टेंशन तो रहेंगी। तो फिर अभी मैंने उनको बात बताई कि ऐसे बात है। उन्होंने कोई बात नहीं, उन्होंने बोला कि आपके साथ वो सब जो हैं अंदर सरदार वो आपके साथ हैं और टेंशन मत लेने की बात कुछ नहीं है तो जो भी होगा आपके अच्छे ऊपर वाले ने अच्छे सोचा होगा जी। तो ਤੁਹਾਡੇ ਘਰਦਿਆਂ ਨੂੰ ਪਤਾ ਵੀ ਤੁਹਾਡੇ ਨਾਲ ਇਹ ਕੁਝ ਹੋ ਰਿਹਾ? So firstly I want to put some genuine questions and some genuine points before them. So the first point is that from the first year till now, so this is my 3rd year and I want to ask this management that from the first year till now we have always been asked to do self study. So we have been clearing our exams through our self study and they have not provided us the teachers. So there is no nursery tutor in our college. Sir, my first question is to the management that if they are not providing us the teachers, if there is no studies in this college, then why are they asking us for the academic fees? Then they should not take the academic fees from us. And the second question is if the university has issued our roll number slip or admit cards, then what was the propaganda that they did not allow us and they did not give us the admit cards till now? So this time, so from the morning till now, so you have seen yourself that they were saying that university has not issued your roll number slip, but sir suddenly they are coming here and they are saying that yes you can give the exams. Sir you can see that they are only lying us. Yes sir and the third question is that sir my senior is Nadia di and Anita di. Sir today was their first paper. Sir why did not they give, they allow them to sir give the exams? Sir there was only 1 month left for them to complete their degree. Sir but now there are 6 months. Sir 6 months is a huge gap. So it's a huge gap. Sir I also want to ask them that will they give them penalty of these months? Sir these are my questions. ਵੀ ਇੱਥੇ ਕੋਈ ਟੀਚਰ ਨਹੀਂ ਹੈ Yes, ਤੁਸੀਂ sir. ਯੂਨੀਵਰਸਿਟੀ ਨੂੰ ਕੋਈ ਕੰਪਲੇਂਟ ਕਰੋਗੇ? Yes sir, we are asking them that why are our college not providing us the teachers? Sir in every college there is the faculty, so there should be available the faculty because if their faculty will not be available in the college, then sir college should not ask us for the academic fee. Yes sir. ਤਾਂ ਦੇਖੋ ਇਸ ਤਰੀਕੇ ਨਾਲ ਤੁਹਾਨੂੰ ਹਰਾਸਮੈਂਟ ਵੀ ਕੀਤਾ ਜਾ ਰਿਹਾ Yes sir. ਹੈ। ਵੂਮਨ ਹੈਲਪਲਾਈਨ ਨੰਬਰ ਹੈਗੇ ਨੇ। Very much sir we are mentally disturbed in this college. We are really mentally disturbed. Sir every time they harass us. Sir every time. Yes sir. ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਵੂਮਨ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਹੈ ਜਾਂ ਰਜਿਸਟਰਡ ਕਰਕੇ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰੋਗੇ ਕਿਉਂਕਿ ਤੁਹਾਨੂੰ ਮੈਂਟਲੀ ਡਿਸਟਰਬ ਕੀਤਾ ਇਹ ਡਿੱਗ ਪਈਆਂ ਸੀ ਕੁੜੀਆਂ ਨੂੰ ਐਂਬੂਲੈਂਸ 'ਚ ਬਿਠਾ ਕੇ ਲੈ ਕੇ ਗਏ ਆ ਜਾਂ ਤੁਸੀਂ ਇਹਨਾਂ ਨਾਲ ਲੀਡਰ ਜਿਹੜੇ ਆ ਇਹਨਾਂ ਨਾਲ ਰਾਏ ਕਰੋਗੇ ਕੁਝ ਕਰਨਾ ਚਾਹੀਦਾ ਤਾਂ ਕਿ ਹੋਰ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਹਰਾਸਮੈਂਟ ਨਾ ਕਰਨ? Yes sir, there should be taken the action against the related these things. Yes sir.
there must be. Yes ਜੀ sir. ਬਿਲਕੁਲ। ਤਾਂ ਜਵਾਕ ਹੈ ਬਹੁਤ ਘਬਰਾਏ ਵੀ ਹੋਏ ਆ, ਤਾਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਜਾਪਦੇ ਆ, ਤੇ ਇਹਨਾਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ। ਜਿੱਦਾਂ 3-4 ਪੁਆਇੰਟ ਇਸ ਲੜਕੀ ਨੇ ਦੱਸਿਆ ਵੀ ਕੋਈ ਅਧਿਆਪਕ ਨਹੀਂ ਹੈ, 1,10,000 ਰੁਪਇਆ 1 ਸਾਲ ਦੀ ਫੀਸ ਆ, ਤਾਂ ਕਹਿੰਦੇ ਵੀ ਆਪਣੇ ਆਪ ਪੜ੍ਹ ਲਓ, YouTube ਤੋਂ ਵੀਡੀਓ ਦੇਖ ਲਓ। 1,10,000 ਤੁਹਾਨੂੰ ਕਾਹਤੋਂ ਦੇਣਾ, YouTube ਤੋਂ ਵੀਡੀਓ ਦੇਖਣੀ, ਕਸ਼ਮੀਰ ਬਹਿ ਕੇ ਦੇਖ ਲੈਂਦੇ ਇਹ, ਠੀਕ ਹੈ ਨਾ। ਤਾਂ ਯੂਨੀਵਰਸਿਟੀ ਜਿਹੜੀ ਹੈ ਬਾਬਾ ਫਰੀਦਕੋਟ ਜਿਹੜੀ ਯੂਨੀਵਰਸਿਟੀ ਹੈ, ਇਹ ਕਾਲਜ ਉਹਦੇ ਅੰਡਰ ਆਉਂਦਾ। ਤਾਂ ਜਦੋਂ ਉੱਤੋਂ ਇੰਸਪੈਕਸ਼ਨ ਆਉਂਦੀ ਹੈ, ਸਭ ਕੁਝ ਚੈੱਕ ਹੁੰਦਾ, ਪਤਾ ਨਹੀਂ ਕਿਸ ਤਰ੍ਹਾਂ ਚੈੱਕ ਕੀਤਾ ਜਾਂਦਾ, ਤਾਂ ਇਹ ਵੀ ਸਵਾਲ ਖੜੇ ਹੋ ਜਾਂਦੇ ਯੂਨੀਵਰਸਿਟੀ 'ਤੇ ਵੀ। ਜਿਹੜੇ ਬੱਚੇ ਇਲਜ਼ਾਮ ਲਾ ਰਹੇ ਨੇ ਵੀ ਸਾਡੇ ਨਾਲ ਧੱਕਾ ਕੀਤਾ ਜਾਂਦਾ, ਕੋਈ ਟੀਚਰ ਨਹੀਂ ਹੈ, ਸਾਨੂੰ ਹਰਾਸਮੈਂਟ ਜਿਹੜਾ ਹੈਗਾ ਉਹ ਕੀਤਾ ਜਾਂਦਾ, ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੱਭਾਂਗੇ। ਤਾਂ ਇਹ ਵੀ ਉਡੀਕ ਬਣੀ ਰਹੇਗੀ ਕਿ ਅੱਜ ਜਿਹੜਾ ਕਿ ਕਾਲਜ ਦੇ ਪ੍ਰਬੰਧਕਾਂ ਨੇ ਇਹਨਾਂ ਨੂੰ ਮਜਬੂਰੀ ਐਡੀ ਵੱਡੀ ਕਿ ਇਹ ਮਾਮਲਾ ਜਿਹੜਾ ਫਿਲਹਾਲ ਸਾਡੇ ਕੈਮਰਿਆਂ ਦੇ ਵਿੱਚ ਆ, ਪਰ ਇਸ ਤੋਂ ਪਹਿਲਾਂ ਜਿਹੜੀਆਂ ਕੁਝ ਵੀਡੀਓ ਸਾਡੀਆਂ ਚੜ੍ਹ ਗਈਆਂ ਨੇ, ਉਹਨਾਂ ਤੋਂ ਬਾਅਦ ਦੁਨੀਆ ਦੇ ਵਿੱਚ ਇਹ ਆਵਾਜ਼ ਚੱਲ ਗਈ ਹੈ ਕਿ HKL ਗਰੁੱਪ ਜਿਹੜਾ ਬਹੁਤ ਆਪਣੇ ਆਪ ਨੂੰ ਸਮਾਜ ਸੇਵੀ ਹੋਣ ਦਾ ਦਾਅਵਾ ਕਰਦਾ ਹੈ। HKL ਨਰਸਿੰਗ ਕਾਲਜ ਦੇ ਵਿੱਚ ਜਿਹੜਾ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ, ਖਾਸ ਕਰ ਉਹ ਵਿਦਿਆਰਥੀ ਜਿਹੜੇ ਹੈ ਕਸ਼ਮੀਰ ਦੀ ਸਟੇਟ ਦੇ ਵਿੱਚੋਂ ਆਉਂਦੇ ਆ। ਇੱਕ ਯੂਪੀ ਤੋਂ ਹੈ, ਇੱਕ ਪੰਜਾਬ ਤੋਂ ਹੈ, ਇੱਕ ਦਿੱਲੀ ਤੋਂ ਹੈ, ਬਾਕੀ 22-23 ਜਿਹੜੇ ਵਿਦਿਆਰਥੀ ਹੈਗੇ ਆ ਉਹ ਕਸ਼ਮੀਰ ਤੋਂ ਹੈ। ਤਾਂ ਕਿਉਂ ਇਹ ਨਫ਼ਰਤ ਜਿਹੜੀ ਹੈਗੀ ਹੈ ਫੈਲਾਈ ਜਾ ਰਹੀ ਹੈ, ਹੋਰ ਵੀ ਕਈ ਕਾਰਨ ਨੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਖੁੱਲੀਆਂ ਕੀਤੀਆਂ ਨੇ। ਤਾਂ ਇਹ ਉਡੀਕ ਬਣੀ ਰਹੇਗੀ ਵੀ ਇਹ ਜਿਹੜਾ ਅੱਗੇ ਕੁਛ ਇਹਨਾਂ ਦੇ ਨੁਕਤੇ ਰਹਿੰਦੇ ਆ ਉਹਨੂੰ ਲੈ ਕੇ। ਜੀ देख लीजिए ऐसे PDF भेजते हैं कि आप अब इस PDF से पढ़ लोगे। अच्छा PDF भेजते हैं। अच्छा टीचर की जगह पे PDF भेज हाँ दिया। जी सर, और YouTube की लिंक भेजते हैं कि ये YouTube से आप वीडियो देखोगे। अच्छा ये सर आप देख सकते हैं, ये इन्होंने भेजे हैं PDF हमें कि आप इनसे पढ़ लो, और YouTube की लिंक भेजते हैं YouTube से। देख लो HKL ग्रुप ऑफ नर्सिंग, अच्छा ये और हमें इस हम- तरह से नोट्स भेज, और हम रिप्लाई भी नहीं कर सकते, आप खुद देख लीजिए, एडमिन यही खुद है, हम इनके ग्रुप में रिप्लाई भी नहीं कर सकते। एडमिन है। अच्छा बस ਤੁਸੀਂ ਮੈਸੇਜ ਦੇਖ ਹੀ ਸਕਦੇ ਹੋ, ਪੁੱਛ ਨਹੀਂ ਕੁਝ ਸਕਦੇ। हाँ जी सर। ਜੀ ਬਿਲਕੁਲ। ਤਾਂ ਤੁਸੀਂ ਦੇਖ ਰਹੇ ਹੋ ਪੰਜਾਬ ਕੇ TV। ਮਨੁੱਖੀ ਅਧਿਕਾਰ ਜਿਹੜੇ ਆ ਉਹ ਹਰ ਇੱਕ ਦੇ ਬਹੁਤ ਕੀਮਤੀ ਹੁੰਦੇ ਆ। ਪੰਜਾਬ ਦੀ ਪਛਾਣ ਜਿਹੜੀ ਹੈ ਉਹ ਬਹੁਤ ਸੁਹਾਵਣੀ ਹੈ। ਪੰਜਾਬ ਦਾ ਮਾਹੌਲ ਜਿਹੜਾ ਬੜਾ ਸਦਭਾਵਨਾ ਵਾਲਾ ਹੈ, ਪਰ ਜਦੋਂ ਕੁਝ ਸਟੇਟਾਂ ਦੀ ਗੱਲ ਆਉਂਦੀ ਹੈ, ਖਾਸ ਕਰ ਕਸ਼ਮੀਰ, ਪੰਜਾਬ, ਜੰਮੂ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਫੂਕ ਕੇ ਕਦਮ ਰੱਖਣੇ ਪੈਂਦੇ ਆ। ਇਹ ਬੱਚੇ ਸਾਰੇ ਕਸ਼ਮੀਰ ਦੇ ਆ, ਕਸ਼ਮੀਰ ਦੇ ਸਾਨੂੰ ਵੀ ਪਤਾ ਹਾਲਾਤ ਠੀਕ ਨਹੀਂ। ਇਹਨਾਂ ਦੇ ਮਾਪਿਓ ਚਾਹੁੰਦੇ ਆ ਇਹਨਾਂ ਦੀਆਂ ਧੀਆਂ, ਇਹਨਾਂ ਦੇ ਪੁੱਤ ਪੜ੍ਹ ਕੇ ਅੱਗੇ ਵਧਣ, ਉਹ ਦੇਸ਼ ਦੀ, ਕੌਮ ਦੀ, ਆਪਣੇ ਸਮਾਜ ਦੀ ਸੇਵਾ ਕਰਨ, ਪਰ ਇਹਨਾਂ ਨੂੰ ਜਿਸ ਤਰ੍ਹਾਂ ਹਰਾਸ ਕੀਤਾ ਜਾ ਰਿਹਾ। ਇੱਕ ਨੌਜਵਾਨ ਤੇ ਕੱਲ ਸੁਸਾਈਡ ਕਰਨ ਨੂੰ ਫਿਰਦਾ ਸੀਗਾ, ਕੁਦਰਤੀ ਉਹਦਾ ਜਿਹੜਾ ਰਾਬਤਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨਾਂ ਦੇ ਨਾਲ ਹੋ ਗਿਆ, ਤਾਂ ਉਹਨਾਂ ਨੇ ਇਹਨੂੰ ਹੌਸਲਾ ਦਿੱਤਾ ਵੀ ਕੋਈ ਨਹੀਂ ਭਾਈ ਤੇਰੇ ਨਾਲ ਆ ਅਸੀਂ, ਤਾਂ ਅੱਜ ਆ ਕੈਮਰੇ ਦੇ ਮਗਰਲੇ ਪਾਸੇ ਖਲੋਤਾ ਹੋਇਆ। ਤਾਂ ਕੀ ਕਾਲਜ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੱਡੀ ਗਲਤੀ ਦੇ ਲਈ ਮਾਫੀ ਮੰਗੇਗਾ, ਜਾਂ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ, ਇਹਨਾਂ 2 ਬੱਚੀਆਂ ਦਾ ਅੱਜ ਪੇਪਰ ਨਹੀਂ ਹੋ ਸਕਿਆ, ਉਹਦੀ ਜਿਹੜੀ ਨੁਕਸਾਨ ਦੀ ਭਰਪਾਈ ਕਾਲਜ ਕਰੇਗਾ ਜਾਂ ਨਹੀਂ ਕਰੇਗਾ? ਆਉਣ ਵਾਲੇ ਸਮੇਂ 'ਚ ਵੀ ਕਿਸ ਤਰ੍ਹਾਂ ਵਿਦਿਆਰਥੀਆਂ ਦੇ ਨਾਲ ਉਹ ਜਿਹੜੀ ਹੈਗੀ ਆ ਧੱਕੇਸ਼ਾਹੀ ਕਰੇਗਾ ਜਾਂ ਅੱਗੇ ਨਹੀਂ ਹੋਏਗਾ? ਤਾਂ ਇਹ ਉਡੀਕ ਬਣੀ ਰਹੇਗੀ। ਦੇਖਦੇ ਰਹੋ ਪੰਜਾਬ ਕੇ TV। ਧੰਨਵਾਦ।